ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ, ਖਲਾਵਾਂ ਅੰਦਰ ਕੀ ਉੱਗਣਾ ਹੈ। ਮੈਂ ਅੰਤ ਕਿਰਨਾ ਹੈ ਬੀਜ ਬਣ ਕੇ, ਜ਼ਰਾ ਕੁ ਸਿੱਲੀ ਜ਼ਮੀਨ ਰੱਖੀ। ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਮੈਂ ਕਿਤਿਓਂ ਲੱਭ ਕੇ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੁਰਜੀਤ ਪਾਤਰ ਸਾਹਿਬ ਦੀਆਂ ਲਿਖੀਆਂ ਨਾਲ ਚੰਦ ਸਤਰਾਂ ਦੇ ਨਾਲ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹੀ ਹਾਰਦਿਕ ਅਤੇ ਨਿੱਘਾ ਸਵਾਗਤ ਹੈ। ਪਿਛਲੇ ਹਫਤੇ ਦੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮੇਂ-ਸਮੇਂ 'ਤੇ ਤੁਸੀਂ ਆਪਣੇ ਕੀਮਤੀ ਸੁਝਾਅ ਸਾਡੇ ਤੱਕ ਪਹੁੰਚਦੇ ਕਰਦੇ ਰਹਿੰਦੇ ਹੋ, ਇਸ ਗੱਲੋਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤ ਨਹੀਂ ਲਾਵਾਂਗੇ, ਬਲਕਿ ਐਡਮਿੰਟਨ ਵਿੱਚ ਜਿਹੜੇ ਪ੍ਰੋਗਰਾਮ ਹੋਏ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਅਤੇ ਖਾਸ ਕਰਕੇ ਐਡਮਿੰਟਨ ਸ਼ਹਿਰ ਦੀਆਂ ਜਿਹੜੀਆਂ ਸਿਵਿਕ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਉਹਦੀ ਜਾਣਕਾਰੀ ਇੱਕ ਵਾਰਡ ਕਰੀਹੋ ਤੋਂ ਉਮੀਦਵਾਰ ਨੇ ਕੌਂਸਲਰ ਵਾਸਤੇ ਜੋਤੀ ਬੁੱਟਰ ਹੁਣੀ, ਉਹਨਾਂ ਨਾਲ ਕੀਤੀ ਹੋਈ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਲ ਦੀ ਨਾਲ ਹੀ ਜਿਹੜੇ ਮੇਅਰ ਦੇ ਕੈਂਡੀਡੇਟ ਨੇ ਐਡਮਿੰਟਨ ਸ਼ਹਿਰ ਦੇ ਵਿੱਚ, ਉਸ ਦੇ 4 ਉਮੀਦਵਾਰਾਂ ਦੀ ਡਿਬੇਟ ਕਰਵਾਈ ਗਈ ਰੇਡੀਓ 580 ਵੱਲੋਂ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਰਾਮਲੀਲਾ ਕਰਵਾਈ ਗਈ ਐਡਮਿੰਟਨ ਸ਼ਹਿਰ ਦੇ ਵਿੱਚ, ਉਹਦੇ ਅੰਸ਼ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋਤੀ ਬੁੱਟਰ ਹੁਣਾਂ ਦੇ ਨਾਲ ਕੀਤੀ ਹੋਈ ਇਹ ਇੰਟਰਵਿਊ। Wadhan TV present the news with the help of Lav Binder, Harjeet Sandhu, Uday Nayak, Bernadette Young, Sunil Kalia. ਦੋਸਤੋ, ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹੀ ਹਾਰਦਿਕ ਅਤੇ ਨਿੱਘਾ ਸਵਾਗਤ ਹੈ। ਆਉਂਦੀ 20 ਅਕਤੂਬਰ ਨੂੰ ਐਡਮਿੰਟਨ ਸ਼ਹਿਰ ਦੀਆਂ ਮਿਊਨਿਸਪਲ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਅਤੇ ਐਡਮਿੰਟਨ ਦੇ ਕਰੀਹੋ ਵਾਰਡ ਤੋਂ ਜੋਤੀ ਬੁੱਟਰ ਹੁਣੀ ਸਿਟੀ ਕੌਂਸਲਰ ਲਈ ਉਮੀਦਵਾਰ ਨੇ, ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੋਤੀ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਥੈਂਕ ਯੂ। ਵਤਨ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਜੋਤੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਤੁਹਾਡੇ ਜਿਹੜੇ ਪਹਿਲੋਂ ਕਾਫੀ ਤੁਸੀਂ ਕੰਮ ਕੀਤੇ ਹੋਏ ਨੇ, ਜੋ ਕੁਛ ਵੀ ਤੁਸੀਂ ਹੁਣ ਤੱਕ ਕੀਤਾ ਪ੍ਰੋਵਿੰਸ਼ੀਅਲ ਗੌਰਮੈਂਟ ਦੇ ਨਾਲ ਜਾਂ ਮਿਊਨਿਸਪਲ ਗੌਰਮੈਂਟ ਦੇ ਨਾਲ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਪਲੀਜ਼। ਹਾਂਜੀ, ਬਹੁਤ ਸਾਲ ਮੈਂ ਇੱਕ ਕਮਿਊਨਿਟੀ ਐਡਵੋਕੇਟ ਰਹੀ ਹਾਂ। ਇਨ ਆਲ ਆਫ ਮਾਈ 20s ਇਨ ਮਾਈ ਯੂਥ ਮੈਂ ਸਿੱਖ ਯੂਥ ਪ੍ਰੋਗਰਾਮਸ ਨਾਲ ਬਹੁਤ ਕੰਮ ਕੀਤਾ। ਇਨਰ ਸਿਟੀ ਜਿਹੜੇ ਸਕੂਲਸ ਪ੍ਰੋਗਰਾਮਸ ਹੁੰਦੇ ਆ ਵੀ, ਬੱਚਿਆਂ ਨੂੰ ਲੰਚਸ ਦਿਵਾਉਣਾ, ਉਹਨਾਂ ਨਾਲ ਟਾਈਮ ਸਪੈਂਡ ਕਰਨਾ, ਹਾਈ ਸਕੂਲ ਕਿਡਸ ਦੈਟ ਆਰ ਟਰਬਲਡ ਯੂਥ, ਇੱਥੇ ਬਹੁਤ ਕੰਮ ਕੀਤਾ। ਇਵੈਂਚੁਅਲੀ ਗਵਰਨਮੈਂਟ ਦੇ ਵਿੱਚ ਜੌਬ ਕੀਤੀ ਐਂਡ ਆਈ ਵਾਜ਼ ਦ ਸੀਨੀਅਰ ਐਡਵਾਈਜ਼ਰ ਪ੍ਰੋਵਿੰਸ ਦੇ ਵਿੱਚ 7 years। ਬਿਫੋਰ ਦੈਟ ਮੈਂ 4 ਸਾਲ ਮਲਟੀਕਲਚਰਲ ਲਿਏਜ਼ਾਨ ਦਾ ਕੰਮ ਕੀਤਾ। ਇਹ ਸਾਰੇ ਗਵਰਨਮੈਂਟ MLAs ਨਾਲ, ਮਿਨਿਸਟਰਸ ਨਾਲ, ਬਸ ਉਹਨਾਂ ਨੂੰ ਮੇਕ ਸ਼ੋਰ ਕਰਨਾ ਜਿਹੜੀ ਆਪਣੀ ਕਮਿਊਨਿਟੀਜ਼ ਆ, ਕਲਚਰਲ ਕਮਿਊਨਿਟੀਜ਼ ਦੀ ਵੋਇਸ ਅੱਗੇ ਜਾਵੇ। ਐਂਡ ਆਈ ਡਿਡ ਦਿਸ ਥਰੂ ਪੁਸ਼ਿੰਗ ਫੋਰ ਸਿੱਖ ਹੈਰੀਟੇਜ ਮੰਥ, ਹਿੰਦੂ ਹੈਰੀਟੇਜ ਮੰਥ, ਵੀ ਜਿਹੜੇ ਵੀ ਸਾਊਥ ਏਸ਼ੀਅਨ ਆਪਾਂ ਹੈਗੇ ਆ ਵੀ ਆਪਣੀ ਵੋਇਸ legislature ਤੱਕ ਜਾਵੇ। I've also worked on anti-racism plans and eventually ਜਿਹੜਾ ਮੇਰਾ ਰੋਲ ਸੀ as a senior advisor, ਉਹ ਸਾਰਾ ਰੋਲ ਹੀ ਸੀਗਾ ਵੀ ethnic media ਜਿਹੜਾ ਹੈਗਾ ਉਹਨਾਂ ਨੂੰ ਟਰਾਂਸਲੇਟ ਕਰਕੇ 14 languages ਦੇ ਵਿੱਚ ਨਿਊਜ਼ ਮਿਲੇ, ਵੀ ਉਹ ਗਾਹਾਂ ਡਿਸਟਰੀਬਿਊਟ ਕਰ ਨਿਊ ਕਮਰਸ ਨੂੰ, ਇਮੀਗ੍ਰੈਂਟਸ ਨੂੰ, ਫੈਮਲੀਜ਼ ਨੂੰ। ਸੋ always on the grounds, always in community and eventually ਮੈਂ federally ਵੀ ਕੰਮ ਕੀਤਾ on permitting and development। ਹੁਣ ਤੁਹਾਨੂੰ ਪਤਾ ਆਪਣੇ permitting ਦੇ ਲਾਇਸੈਂਸ ਦੇ ਕਿੰਨੇ redundancy, ਬਹੁਤ bureaucracy ਉਸ ਦੇ ਵਿੱਚ ਹੈਗੀ ਹੈ। ਉਹ ਸਾਰਾ ਮੈਨੂੰ ਸਮਝ ਹੈਗਾ ਵੀ ਕੀ ਚੇਂਜਸ ਚਾਹੀਦੇ ਇਸ ਦੇ ਵਿੱਚ। ਲੈਜਿਸਲੇਚਰ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ, ਦੀਵਾਲੀ ਮਨਾਈ ਜਾਂਦੀ ਹੈ, ਤੁਸੀਂ ਸਟੇਟਸ ਦਿਵਾਉਣ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਹਿੰਦੂ ਹੈਰੀਟੇਜ ਮੰਥ, ਸਿੱਖ ਹੈਰੀਟੇਜ ਮੰਥ, ਫਿਲੀਪੀਨੋ ਹੈਰੀਟੇਜ ਮੰਥ, ਉਹਦੇ ਵਿੱਚ ਬੈਕਗਰਾਊਂਡ 'ਤੇ ਕਿੰਨਾ ਕੰਮ ਕਰਨਾ ਪਿਆ? ਯੈਸ, ਸੋ ਮੇਰੀ ਜੌਬ ਸੀਗੀ ਔਨ ਦ ਗਰਾਊਂਡਸ ਵੀ ਇਹ ਸਾਰੇ ਜਿਹੜੇ ਕਮਿਊਨਿਟੀ ਲੀਡਰਸ ਆ ਇਹਨਾਂ ਨੂੰ ਰੀਚ ਆਊਟ ਕਰਕੇ ਪੁੱਛਣਾ ਵੀ ਤੁਹਾਡੀ ਕਮਿਊਨਿਟੀਜ਼ ਨੂੰ ਕਿਹੜੀ ਚੀਜ਼ ਦੀ ਲੋੜ ਆ, ਹਾਊ ਵੁੱਡ ਯੂ ਲਾਈਕ ਟੂ ਸੀ ਰੈਕਗਨੀਸ਼ਨ। ਫਿਰ ਇੱਕ ਪਲਾਨ ਬਣਾਉਣਾ, ਕਮਿਊਨੀਕੇਸ਼ਨਸ ਪਲਾਨ ਬਣਾਉਣਾ ਵਿਥ ਮਿਨਿਸਟਰੀਜ਼ ਵੀ, ਆਪਾਂ ਇਹ ਕਮਿਊਨਿਟੀਜ਼ disconnect ਕਿਉਂ ਫੀਲ ਕਰਦੇ, ਉਹਨਾਂ ਨੂੰ ਕਿਵੇਂ ਉਹਨਾਂ ਦੀ ਵੋਇਸ ਅੱਗੇ ਲੈ ਕੇ ਆਈਏ। ਸੋ ਆਈ ਹੈਲਪਡ ਪਲਾਨ these kind of events because this is a way of recognizing the work that these immigrant communities do in our province। ਫਿਰ ਇਹ ਸਾਰਾ ਕੰਮ on the grounds ਵੀ ethnic media ਨੂੰ ਇਨਵਾਈਟ ਕਰਨਾ, ਫਿਰ ਉਹਨਾਂ ਨੂੰ opportunities ਦੇਣੀ, ਜਿਹੜਾ media scrum ਆ, ministers ਦਾ background media scrum, ਇਹ ਸਾਰਾ handle ਕਰਨਾ। ਸੋ ਕਾਫੀ politically ਵੀ ਕੰਮ ਕੀਤਾ, community ਦੇ ਵਿੱਚ ਵੀ, ethnic media ਦੇ ਨਾਲ ਵੀ, and especially on the grounds with everyday residents in Alberta and Edmonton। ਅਲਬਰਟਾ ਦੇ ਵਿੱਚ ਵੂਮਨ ਸਟੇਟਸ ਅਤੇ ਸੀਨੀਅਰ ਹਾਊਸਿੰਗ ਬਾਰੇ ਤੁਸੀਂ ਕਾਫੀ ਕੰਮ ਕੀਤਾ, ਉਹਦੇ ਬਾਰੇ ਦੱਸੋ।
ਹਾਂਜੀ ਉਸ ਦੇ ਵਿੱਚ ਮੇਨਲੀ ਮੇਰੀ ਜੌਬ ਸੀਗੀ ਹੁਣ ਤਾਂ ਉਹ ਮਿਨਿਸਟਰੀ ਹੈਗੀ ਨਹੀਂ ਯੂਸਡ ਟੂ ਬੀ ਸਟੇਟਸ ਆਫ ਵੂਮਨ ਵਾਈਲ ਅਗੋ ਹੁਣ ਉਹਨਾਂ ਨੇ ਮੈਨੂੰ ਲੱਗਦਾ ਚੇਂਜ ਕਰਤੀ ਵੀ there was a lot of programs and community organizations we have Indo-Canadian Women's Association ਇਹ ਜਿਹੇ ਸਾਰੇ organizations ਜਿਨ੍ਹਾਂ ਨੂੰ ਫੰਡਿੰਗ ਦੀ ਲੋੜ ਆ ਗ੍ਰਾਂਟਸ ਦੀ ਲੋੜ ਆ ਐਂਡ ਇਹ ਆਪਾਂ ਨੂੰ ਰੀਚ ਆਊਟ ਕਰਦੇ ਸੀਗੇ ਟੂ ਆਰ ਡਿਪਾਰਟਮੈਂਟ ਵੀ ਅਸੀਂ ਕਿਵੇਂ ਮਿਨਿਸਟਰ ਨੂੰ ਮਿਲੀਏ ਕਿਵੇਂ ਸਾਡੀ ਵੋਇਸ ਅੱਗੇ ਆਵੇ ਸੋ ਜਸਟ ਬੀਇੰਗ ਦੈਟ ਕਨੈਕਟਰ ਬਿਟਵੀਨ all these kind of groups. ਜੋਤੀ ਹੁਣ ਆਉਂਦੇ ਆ ਐਡਮਿੰਟਨ ਦੀ ਮਿਊਨਿਸਪਲ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਐਡੀ ਸੋਹਣੀ ਜੌਬ ਹੋਣ ਦੇ ਬਾਵਜੂਦ ਇੱਧਰ ਤੁਸੀਂ ਮਿਊਨਿਸਪਲ ਇਲੈਕਸ਼ਨ ਕਿਉਂ ਲੜਨ ਦਾ ਫੈਸਲਾ ਕੀਤਾ ਹਾਂਜੀ ਜਿਹੜੀ ਮਿਊਨਿਸਪਲ ਇਲੈਕਸ਼ਨ ਹੈਗੀ ਆ ਦਿਸ ਇਜ਼ ਯੋਰ ਕਲੋਸੈਸਟ ਫਾਰਮ ਆਫ ਡੈਮੋਕ੍ਰੇਸੀ ਟੂ ਦ ਐਵਰੀਡੇ ਪਰਸਨ ਇਹ ਸਭ ਤੋਂ ਡੈਮੋਕ੍ਰੈਟਿਕ ਮੈਂ ਮੰਨਦੀ ਹਾਂ ਇਹ ਸਭ ਤੋਂ ਡੈਮੋਕ੍ਰੈਟਿਕ ਹੈ ਬਿਕਾਜ਼ ਜਿਹੜੀ ਤੁਹਾਡੀ ਐਵਰੀਡੇ ਸਰਵਿਸਿਜ਼ ਆ ਜਿਹੜੇ ਸਰਵਿਸਿਜ਼ 'ਤੇ ਅਸੀਂ ਰਿਲਾਈ ਕਰਦੇ ਹਾਂ ਡੇ ਟੂ ਡੇ ਆਰ ਗਾਰਬੇਜ ਆਰ ਟ੍ਰੈਫਿਕ ਮੈਨੇਜਮੈਂਟ ਆਰ ਪ੍ਰੋਪਰਟੀ ਟੈਕਸਿਸ ਆਰ LRT ਬੱਸ ਜਿਹੜੀ ਆਪਾਂ ਯੂਟੀਲਾਈਜ਼ ਕਰਦੇ ਹਾਂ ਸਰਵਿਸਿਜ਼ ਕਲੋਸੈਸਟ ਟੂ children, families, youth, seniors, all of us are these services. So I wanted to work in this level of government and itthe fir bas mainu opportunity mili and I'm now on this campaign trail. ਹਾਂਜੀ ਕੈਂਪੇਨ ਦੀ ਤੁਸੀਂ ਗੱਲ ਕੀਤੀ ਕੈਂਪੇਨ ਤੁਸੀਂ ਰਨ ਕਰ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋ ਡੋਰ ਨੌਕਿੰਗ ਵਾਸਤੇ ਤੁਸੀਂ ਜਦੋਂ ਜਾਂਦੇ ਹੋ ਕਿਹੜੇ ਜਿਹੜੇ ਮੇਨ ਮੁੱਦੇ ਨੇ ਲੋਕੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਹਾਂਜੀ ਮੈਂ ਆਪਣੀ ਡੋਰ ਨੌਕਿੰਗ ਕਾਫੀ ਪਹਿਲਾਂ ਬਿਗਿਨ ਕੀਤੀ ਹੈ ਸਿੰਸ ਮੇ ਸੋ ਆਈ ਹੈਵ ਬੀਨ ਵਰਕਿੰਗ ਹਾਰਡ ਐਟ ਦ ਡੋਰਸ ਮੈਂ ਹਜ਼ਾਰਾਂ ਡੋਰ ਕੱਲੀ ਨੇ ਵੀ ਨੌਕ ਕੀਤੇ ਬਿਗਿਨਿੰਗ ਦੇ ਵਿੱਚ ਫਿਰ ਮੈਂ ਇੱਕ ਸਮਾਲ ਟੀਮ ਬਣਾਈ ਦੈਨ ਮਾਈ ਟੀਮ ਗਰੂ ਬਿਗਰ ਪਰ ਮੈਂ ਆਈ ਕਦੇ ਨਹੀਂ ਕੀਤਾ ਵੀ ਸਟਰੀਟ ਮੈਂ ਮਿਸ ਕੀਤੀ ਹੋਵੇ ਮੈਂ ਆਪ ਨਾ ਉੱਥੇ ਹੋਵਾਂ ਅਤੇ ਮੈਂ ਕੋਈ ਟੀਮ ਭੇਜਦੀ ਆਈ ਐਮ ਆਲਵੇਜ਼ 30 seconds away from the door. So if I'm at a door, mere naal koi team hegi hai, I get them to flag me. I want to talk to this person. This person wants to talk to you. Main jade bhaj ke unna na gal kardi ha. So every corner of the ward I've hit, from Millwoods, around Millwoods, north of Millwoods to Hills, Orchard, Summersides, and main issues hege a. Number one, property taxes bahut zyada badh gaye, 21%. We ਅਸੀਂ ਇਹ ਕਿਵੇਂ ਅਫੋਰਡ ਕਰਾਂਗੇ ਫਿਕਸਡ ਇਨਕਮ ਸੀਨੀਅਰਸ ਇਹਨਾਂ ਦਾ ਇਹ ਇਸ਼ੂ ਆ ਸੇਫਟੀ ਦੇ ਬਹੁਤ ਜ਼ਿਆਦਾ ਓਵਰਆਲ all around problem ਹੈਗੀ ਆ we don't feel as safe in our homes break-ins into cars break-ins into garages all the stealing of the gold all these kind of things people are worried about their safety a lot more and transit ਦੀ connectedness ਦੀ ਵੀ issue ਹੈਗੀ ਆ Hills, Charlesworth, Orchard ਜਿਹੜੇ ਨਵੇਂ ਏਰੀਆ ਉਹਨਾਂ ਨੂੰ ਬੱਸ ਰੂਟਸ ਨੇ ਆਫਟਨ ਨਹੀਂ ਮਿਲਦੇ ਇਹ ਇੱਕ ਬੇਸਿਕ ਕੋਰ ਸਰਵਿਸਿਜ਼ ਹੈਗੇ ਆ ਜਿਹੜੇ that are lacking ਅਸੀਂ ਵੈਸੇ ਸ਼ੁਭ ਸ਼ਾਮਾਂ ਤੁਹਾਨੂੰ ਦਿੰਦੇ ਹਾਂ ਜੇ ਤੁਸੀਂ ਕੌਂਸਲਰ ਬਣ ਜਾਂਦੇ ਹੋ ਆਪਣੇ ਵਾਰਡ ਕਰੀਹੋ ਤੋਂ ਤੁਹਾਡੀਆਂ ਕੀ ਮੇਨ ਜ਼ਿੰਮੇਵਾਰੀਆਂ ਹੋਣਗੀਆਂ ਤੇ ਕਿਵੇਂ ਨਿਭਾਓਗੇ ਜਿਹੜੇ ਇਸ਼ੂਜ਼ ਤੁਸੀਂ ਸਾਂਝੇ ਕੀਤੇ ਨੇ ਸਾਡੇ ਨਾਲ ਉਹਨਾਂ ਨੂੰ ਤੁਸੀਂ ਕਿਵੇਂ ਐਡਰੈਸ ਕਰੋਗੇ Hanji, I think if you look at the main issue, that is of property tax. Hanapura city for almost $4 to $5 billion debt. Minu exact number haje aaya nahi hega. Something like that hega. Hanji, we don't want to cut services. It's the number one cheez. Abhi services are already lacking. So property tax jada hega, we want to try to curb it. We want to try to save money. Bhi jitte hove save. If we want to be more responsible with our money, ਆਪਾਂ ਆਪਣੇ project infrastructure ਦੇਖੀਏ ਜਿਹੜੇ ਵੀ projects ਹਨ city ਦੇ ਵਿੱਚ ਚੱਲਦੇ ਆ big large ਜਿਹੜੇ ਆਪਾਂ ਕਹਿੰਦੇ ਆ major capital projects ਉਹ over budget ਚੱਲਦੇ ਆ ਟਾਈਮ ਤੇ ਖਤਮ ਨਹੀਂ ਹੁੰਦੇ ਸਾਰੇ ਆਪਣੇ ਪੈਸੇ ਇਸ ਚੀਜ਼ਾਂ 'ਚ ਵੇਸਟ ਹੁੰਦੇ ਆ ਜਿੱਥੇ ਵੇਸਟ ਨਹੀਂ ਹੋਣੇ ਚਾਹੀਦੇ ਕੋਈ ਪ੍ਰੋਜੈਕਟਸ ਤਾਂ ਆਏ ਵੀ ਹੋਏ ਆ ਵੀ ਹਜੇ ਪ੍ਰੋਜੈਕਟ ਸ਼ੁਰੂ ਵੀ ਨਹੀਂ ਹੋਇਆ day 1 ਸਟਾਰਟ ਨਹੀਂ ਹੋਇਆ $300 million ਓਵਰ ਆ ਸੋ ਤੁਸੀਂ ਦੇਖੋ ਵੀ ਇਹ project management issue ਕਿੰਨਾ ਵੱਡਾ ਹੈਗਾ ਸੋ if we have good strong planning ਵੀ ਕਿਹੜੇ projects ਚੱਲ ਰਹੇ ਆ and a committee with people that have lived experiences ਜਿਨ੍ਹਾਂ ਨੂੰ ਇਹ ਕੰਮ ਦਾ ਪਤਾ we need a revitalization entirely let's reassess ਵੀ ਪੈਸੇ ਕਿਉਂ over budget ਆਪਣੇ timeline ਕਿਉਂ ਇੰਨੇ slow ਆ and ਜਿਹੜੇ projects utilize ਨਹੀਂ well ਹੁੰਦੇ like if you look at Blatchford it's sitting in the north ਉਹ ਉਹਦੇ 'ਚ 200-300 units maybe sell ਹੋਈਆਂ something like that is a major waste of money right and when you look at safety we need better relationships with the province ਸਾਨੂੰ stronger relationships ਚਾਹੀਦੀਆਂ federally ਇਹ ਚੀਜ਼ਾਂ ਤੇ ਕੰਮ ਕਰਾਂਗੇ and working with EPS and working with community leagues and people that live in the community ਜਿਹੜੇ ਲੋਕ ਉੱਥੇ ਰਹਿੰਦੇ ਉਹਨਾਂ ਨੂੰ ਪਤਾ ਵੀ ਸਾਡੇ ਏਰੀਆ 'ਚ ਅਸੀਂ ਕਿਉਂ ਅਨਸੇਫ ਫੀਲ ਕਰਦੇ ਹਾਂ ਇਹ ਐਲੀਵੇ ਨਹੀਂ ਸੇਫ ਇੱਥੇ ਲਾਈਟਾਂ ਨਹੀਂ ਹੈਗੀਆਂ it could be other things ਵੀ this area has an upsurge of crime ਜਿਹੜੇ ਲੋਕ ਉੱਥੇ ਨੇੜੇ ਤੇੜੇ ਰਹਿੰਦੇ ਆ ਕਮਿਊਨਿਟੀਜ਼ 'ਚ ਇਨਵੋਲਵਡ ਹੁੰਦੇ ਇਹ ਲੋਕਾਂ ਨੂੰ ਪਤਾ ਹੁੰਦਾ ਹਨ ਇਹ ਲੋਕਾਂ ਨਾਲ EPS ਦਾ tight connection ਹੋਣਾ ਚਾਹੀਦਾ ਵੀ they meet and they create a plan together there's something else you can also do ਵੀ ਜਿਹੜੇ neighborhoods ਉੱਥੇ
officer ਹੋਵੇ ਜਿਹੜਾ neighborhood ਨੂੰ ਅੱਛੀ ਤਰ੍ਹਾਂ ਜਾਣਦਾ, so familiar with the neighborhood, and that helps as well. ਪਾਲਿਸਿੰਗ ਦੀ ਤੁਸੀਂ ਗੱਲ ਕੀਤੀ ਹੈ, ਐਕਸਟੋਰਸ਼ਨ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ, ਲੋਕਾਂ ਦੇ ਘਰਾਂ ਉੱਪਰ ਗੋਲੀਆਂ ਚੱਲਦੀਆਂ ਨੇ, ਕਈ ਕੁਝ ਹੋ ਰਿਹਾ ਹੈ, ਤੁਸੀਂ ਇਹਦੇ ਬਾਰੇ ਕੀ ਕਰੋਗੇ? This is definitely a federal issue, and it's main thing is ਵੀ ਅਸੀਂ ਆਪਣੇ ਵੱਲੋਂ ਆਪਣਾ relationship strong ਕਰੀਏ federal government ਦੇ ਨਾਲ, ਤੇ ਉਹਨਾਂ ਨੂੰ push ਕਰੀਏ this needs to be declared as an act of terrorism and urgently declared, and ਇਹ process ਹੀ ਇੰਨਾ time ਲਾ ਰਿਹਾ, it should have been already done. ਸਿਟੀ ਪੁਲਿਸ ਦਾ ਵੈਸੇ ਬੇਸਿਕਲੀ ਇਹ ਕੰਮ ਤਾਂ ਉਹਨਾਂ ਦਾ ਬਣਦਾ ਹੈ, ਮਤਲਬ ਆਫ ਕੋਰਸ ਜਿਹੜੀ ਬਜਟਿੰਗ ਹੈ ਉਹ ਫੈਡਰਲ ਗਵਰਨਮੈਂਟ ਤੋਂ ਆਉਣੀ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਆਉਣੀ ਹੈ, ਤੁਸੀਂ ਸਿਟੀ ਦੇ ਨਾਲ ਕੰਮ ਕਰਕੇ ਕੀ ਹੋਰ ਜਿਹੜੀਆਂ ਨਵੀਆਂ ਚੀਜ਼ਾਂ ਲੈ ਕੇ ਆਓਗੇ? In terms of safety? So I think ਤੁਸੀਂ transit ਦੀ safety ਦੇਖ ਲਓ, LRT ਲੈ ਕੇ ਜਾਂਦੇ ਆ, ਬੱਚੇ ਡਰਦੇ ਆ ਵੀ, you know, there's people that are using open drug use on the train. So ਇਹ ਆਪਾਂ ਨੂੰ carefully situation ਨਾਲ deal ਕਰਨਾ ਪਊ. ਜੇ ਆਪਾਂ police presence ਵਧਾਉਂਦੇ ਆ, it doesn't mean that's not the only way to solve the issue, right? That's not the best way to deal with it. It's one of the ways to deal with it. Compassionately, ਜਿਹੜੇ ਲੋਕਾਂ ਨੂੰ de-escalate ਕਰਨਾ ਆਉਂਦਾ ਇਹ situation, ਉਹ ਜਿਹੜੇ trained people ਹੈਗੇ ਆ, ਉਹ police ਦੇ ਨਾਲ ਕੰਮ ਕਰਨ at these kind of areas, right? That's another thing. ਸੋ ਜੋਤੀ, ਤੁਸੀਂ ਆਪਣੇ ਬਾਰੇ ਬਹੁਤ ਕੁਝ ਦੱਸਿਆ, ਜੇ ਤੁਸੀਂ ਕੌਂਸਲਰ ਚੁਣੇ ਜਾਂਦੇ ਹੋ ਉਹਦੇ ਬਾਰੇ ਤੁਸੀਂ ਦੱਸਿਆ, ਪੁਲਿਸਿੰਗ ਬਾਰੇ, ਇਨਫਰਾਸਟਰਕਚਰ ਬਾਰੇ ਹੋਰ ਗੱਲਾਂ ਬਾਤਾਂ ਕੀਤੀਆਂ। ਹੋਰ ਕੋਈ ਤੁਸੀਂ ਜੇ ਕੌਂਸਲਰ ਚੁਣੇ ਜਾਂਦੇ ਹੋ ਤੁਸੀਂ ਕੀ ਕੁਝ ਕਰੋਗੇ, ਜਾਂ ਉਸ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕੋਈ ਵੀ ਮੈਸੇਜ ਸਾਡੀ ਆਡੀਅנס ਨੂੰ ਦੇਣਾ ਚਾਹੋ? ਹਾਂਜੀ, ਇੱਕ ਮੇਨ ਮੈਸੇਜ ਮੇਰਾ ਇਹ ਹੈਗਾ ਵੀ ਮੈਂ ਨੋਟਿਸ ਕੀਤਾ ਵੀ ਆਪਣੀ ਜਿਹੜੀ ਕਰੰਟ ਕਾਉਂਸਲ ਆ ਉਹ ਇੰਗੇਜ ਜਿਹੜੇ ਆਪਣੇ ਰੈਜ਼ੀਡੈਂਟਸ ਆ ਉਹਨਾਂ ਨਾਲ ਚੰਗੀ ਤਰ੍ਹਾਂ ਪ੍ਰੋਜੈਕਟਸ 'ਤੇ ਨਹੀਂ ਇੰਗੇਜ ਕਰਦੀ। ਇਫ ਯੂ ਲੁੱਕ ਐਟ ਨੇਬਰਹੁੱਡ ਰਿਨਿਊਅਲ ਮਿਲਵੁੱਡਸ ਦੇ ਵਿੱਚ, ਰੀਵਾਈਟਲਾਈਜੇਸ਼ਨ ਪ੍ਰੋਜੈਕਟਸ, ਇਫ ਯੂ ਲੁੱਕ ਐਟ ਦ ਇਨਫਿਲ ਜ਼ੋਨਿੰਗ, ਬਲੈਂਕਟ ਜ਼ੋਨਿੰਗ, ਆਪਣੇ ਹਨ ਬਹੁਤ ਬੈਕਲਾਸ਼ ਆ ਰਿਹਾ ਫਰਮ ਰੈਜ਼ੀਡੈਂਟਸ ਐਵਰੀ ਡੇ ਜਿਹੜੇ ਫੀਲ ਕਰਦੇ ਵੀ ਵਰ ਨਾਟ ਇੰਗੇਜਡ। ਆਈ ਥਿੰਕ ਪਬਲਿਕ ਇੰਗੇਜਮੈਂਟ, ਲੋਕਾਂ ਦੀ ਪਬਲਿਕ ਫੀਡਬੈਕ ਬਹੁਤ ਹੀ ਇੰਪੋਰਟੈਂਟ ਆ ਮੇਰੇ ਲਈ, ਐਂਡ ਐਜ਼ ਆਈ step into this role, if I do win, I want to be accessible to people as much as possible. I want to be a voice for people, and I want to make sure that if something is happening in your neighborhood, ਤੁਹਾਨੂੰ ਸਹੀ ਤਰੀਕੇ ਨਾਲ engage ਕੀਤਾ ਜਾਵੇ, ਤੁਹਾਨੂੰ time ਮਿਲੇ that you can provide your, you know, your opinion, how you feel about it, koi town hall. And these things do happen, but not in ways if I don't speak the language, I'm going to understand. Mere kare chitti aa gayi, bahut badda project ho reha. Not everybody is going to understand a difficult city letter if it's not in simple English or if it's not in my language. So making sure that if there's something happening around you, near you, that affects you, I would be working on being inclusive as much as possible in this role. ਜੋਤੀ, ਅਖੀਰ ਦੇ ਉੱਤੇ 20th ਅਕਤੂਬਰ ਨੂੰ 20 ਅਕਤੂਬਰ ਨੂੰ ਜਿਹੜੀਆਂ ਨੇ ਵੋਟਾਂ ਪੈਣੀਆਂ ਨੇ, ਉਹ ਤੋਂ ਪਹਿਲਾਂ ਐਡਵਾਂਸ ਪੋਲਿੰਗ ਕਦੋਂ ਹੋਣੀ ਹੈ? ਜੇ ਤੁਹਾਨੂੰ ਕੋਈ ਰੀਚ ਕਰਨਾ ਚਾਹੇ, ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੇ, ਤੁਹਾਡਾ ਫੋਨ ਨੰਬਰ, ਤੁਹਾਡਾ ਈਮੇਲ ਐਡਰੈਸ ਜਾਂ ਤੁਹਾਡੀ ਕੋਈ ਵੈਬਸਾਈਟ? ਹਾਂਜੀ, ਐਡਵਾਂਸ ਪੋਲਿੰਗ ਹੈਗੀ ਹੈ October 7 to 11, ਜਿੱਥੇ ਮਿਲਵੁੱਡਸ ਲਾਇਬ੍ਰੇਰੀ ਆ ਉਸ ਦੇ ਨਾਲ ਇੱਕ ਮਿਲਵੁੱਡ ਸੀਨੀਅਰਸ ਸੈਂਟਰ ਵਿੱਚ ਹੀ ਹੈਗਾ। ਸੋ ਦੈਟ ਇਜ਼ ਦ ਲੋਕੇਸ਼ਨ ਫॉर ਦ ਐਡਵਾਂਸ ਪੋਲਿੰਗ। ਸੋ ਆਈ ਅਰਜ ਐਵਰੀਬਡੀ ਪਲੀਜ਼ ਤੁਸੀਂ ਐਡਵਾਂਸ ਪੋਲ 'ਤੇ ਜਾਓ, ਐਂਡ ਦੈਨ ਔਨ ਦੀਵਾਲੀ we will not be sending you all these crazy messages to, you know, we want people to enjoy their Diwali and go ahead and go to the early polls. October 20th is election day, and 12 to 8 p.m. you can vote between that time. ਤੁਹਾਡਾ ਆਪਣਾ ਕੋਈ ਤੁਹਾਨੂੰ ਰੀਚ ਕਰਨਾ ਚਾਹੇ ਤਾਂ ਤੁਹਾਡਾ ਆਪਣਾ ਫੋਨ ਨੰਬਰ, ਈਮੇਲ ਜਾਂ ਕੋਈ ਵੈਬਸਾਈਟ? Yes, so my direct number, I'm giving this to everyone because accessibility is a key point on my platform. It's 780-660-8954, and you can come on our website, jyotibuttar.ca, jotibuttar.ca. Thank you so much, Jyoti. Thank you so much for having me. Looking for high-quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com.
ਗਾਲੀਆਂ ਲੈਂਦੇ ਰਹੋਗੇ ਕਿ ਇਹ ਪ੍ਰੋਬਲਮ ਦਾ ਕੋਈ ਹੱਲ ਵੀ ਲੱਭੋਗੇ? ਕੰਪਿਊਟਰ ਤੇ ਵੀ ਦੇਖ ਚੁੱਕਾ ਆ 4 ਸਾਲ ਹੋ ਗਏ ਸਾਨੂੰ ਕੈਨੇਡਾ ਆਇਆਂ ਨੂੰ 6 ਟੈਕਸ ਕੰਸਲਟੈਂਟ ਟਰਾਈ ਕਰ ਲਿਆ ਜਿਸ ਤੋਂ ਵੀ ਕੰਮ ਕਰਵਾਇਆ ਕੋਈ ਨਾ ਕੋਈ ਗਲਤੀ ਰਹਿ ਹੀ ਜਾਂਦੀ ਆ ਗਲਤੀ ਤਾਂ ਤੁਹਾਡੀ ਆ ਤੁਹਾਨੂੰ ਚੇਤਾ ਨਹੀਂ ਤੁਹਾਡੇ ਭਰਾ ਨੇ ਕੀ ਕਿਹਾ ਸੀ? ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ ਆ ਲਓ ਉਹਨਾਂ ਦਾ ਕਾਰਡ Are you satisfied now? It's more than enough. Kapil ji, you're the best. KP Accounting and Tax Services provides best results for tax preparation, bookkeepers, payroll, GST return, business advisory, and best specialist tax consultant in Edmonton. Contact KP Accounting and Tax Services. 913335 Avenue Northwest, Edmonton, Alberta. Phone number 780-469-2677. ਗ੍ਰੇਟਰ ਐਡਮੰਟਨ ਰੀਜਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੈ ਲਾਟ ਲੈ ਕੇ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਹੈ ਕਿਸੇ ਵੀ ਬਿਲਡਰ ਤੋਂ ਘਰ ਬੁੱਕ ਕਰਾਉਣਾ ਹੈ ਜਾਂ ਫਿਰ ਮਾਰਗੇਜ ਲੈਣ ਵਿੱਚ ਕੋਈ ਸਮੱਸਿਆ ਹੈ ਤਾਂ ਆਪਣੀ ਕਮਿਊਨਿਟੀ ਦੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੀਅਲ ਏਸਟੇਟ ਏਜੰਟ ਹਰਜੀਤ ਸੰਧੂ ਨਾਲ 7802333100 ਤੇ ਸੰਪਰਕ ਕਰੋ Your Real Estate Connection harjeetsandhu.com Harjeet Sandhu, an award-winner realtor, is great detail-oriented communicator, problem solver who will do the best for you for his negotiation skills in your favor. Opening doors to your dream house, so call Harjeet Sandhu to make dream come true. Contact Harjeet Sandhu with Maxwell Polaris. Make it happen. Dream it. Plan it. Work it. Get the best results with Harjeet Sandhu. ਕਾਰ ਐਕਸੀਡੈਂਟ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਭਰੋਸੇਯੋਗ ਤੇ ਸਿਆਣੇ ਬੈਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ ਯੂ ਕੈਨ ਕਾਲ ਮੀ ਐਨੀ ਟਾਈਮ ਮਾਈ ਫੋਨ ਨੰਬਰ ਇਜ਼ 7804664660 ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ ਜੀ ਹਾਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾਓ ਸੱਥਾਂ ਤੋਂ ਸ਼ੁਰੂ ਹੁੰਦੇ ਨੇ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੀਅਲਟਰ ਹਰਜੀਤ ਸੰਧੂ ਮੈਕਸਵੈਲ ਪਲੇਅਰਸ ਰੀਅਲਟੀ ਦੇ ਨਾਲ ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਬਹੁਤ ਹੀ ਬਿਊਟੀਫੁਲ ਬੰਗਲੋ 158 ਬਲੈਕਬਰਨ ਡਰਾਈਵ ਅੱਜ ਅਫੀਸ਼ੀਅਲੀ ਸੋਲਡ ਹੋ ਗਿਆ ਹੈ ਜੇ ਤੁਸੀਂ ਵੀ ਆਪਣੇ ਘਰ ਦੇ ਉੱਪਰ ਸੋਲਡ ਸਾਈਨ ਦਾ ਸਟicker ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰੋ 7802333100 ਥੈਂਕ ਯੂ Hello friends, my name is Harjeet Sandhu. I'm a realtor with the Maxwell Polaris and I have just listed this 8.85 acres of highway commercial land right in the town of Lamont, Alberta. This land is fully serviced and about 3 acres of this land is fully fenced and gravelled. And this land has easy access to Highway 15 and also has access to Alberta's industrial heartland. About this land, if you have any questions, give me a call. 780-233-3100. Thank you. Welcome to Ma Memory, your trusted partner for premium bulk products. Located in Alberta, Canada, Ma Memory connects you to a world of high quality, affordable products directly sourced from trusted manufacturers and wholesalers. Whether you're shopping for personal use or B2B needs, we're here to ensure a seamless and efficient supply chain experience. Tech essentials, micro SD cards, flash drives, SSDs, consumer electronics, cell phone accessories, USB chargers, cables, card readers, memory cards, laptop stands, and phones, lifestyle products, perfumes, coffee filters, and premium coffee.
As an authorized seller of Snesh, we guarantee authentic products that deliver performance and reliability. Why choose My Memory? Exceptional quality. We handpick every product to meet your high standards, customer commitment. Your satisfaction is our priority. Shop confidently with a trusted partner. To match the sizes that are on site, to match the hinge locations, the lock locations, so that the fit up is easy, and it makes it easier for the installer to put the doors into existing jams that are on the houses already. I love Edmonton, I want to stay in Edmonton, and we want to help the community and plus Canadian stuff. But definitely we're getting bigger out there, and this is kind of our niche to do these custom projects and make everything look fancy. Lots of people love it. People said, oh, that's why name is Fancy Doors. ਵੈਲਕਮ ਟੂ ਮਹਾਰਾਜਾ ਬੈਂਕੁਏਟ ਹਾਲ। ਜੇਕਰ ਤੁਸੀਂ ਵੈਡਿੰਗਸ, ਰਿਸੈਪਸ਼ਨਸ, ਬਰਥਡੇ ਪਾਰਟੀਜ਼, ਲੇਡੀਜ਼ ਸੰਗੀਤ, ਕਾਰਪੋਰੇਟ ਇਵੈਂਟਸ, ਬਿਜ਼ਨਸ ਲੰਚ, ਹੌਲੀਡੇ ਪਾਰਟੀਜ਼, ਗ੍ਰੈਜੂਏਸ਼ਨ ਪਾਰਟੀਜ਼ ਜਾਂ ਕਿਸੇ ਕਲਚਰਲ ਇਵੈਂਟ ਲਈ ਕਿਸੇ ਵਧੀਆ ਬੈਂਕੁਏਟ ਹਾਲ ਦੀ ਤਲਾਸ਼ ਵਿੱਚ ਹੋ ਤਾਂ ਤਾਰਕ ਚੌਧਰੀ ਹੁਣਾਂ ਵੱਲੋਂ ਖੋਲ੍ਹੇ ਗਏ ਮਹਾਰਾਜਾ ਬੈਂਕੁਏਟ ਹਾਲ 'ਤੇ ਪਹੁੰਚੋ। ਤਾਰਕ ਚੌਧਰੀ ਹੁਣੀ ਤੁਹਾਡੇ ਲਈ ਡੀਜੇ ਅਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਨ। Maharaja Banquet Hall also has nice dance floors, live food stations, cocktail bar, guest lounge and plenty of parking. ਆਪਣੇ ਅਗਲੇ ਈਵੈਂਟ ਨੂੰ ਯਾਦਗਾਰ ਬਣਾਉਣ ਲਈ ਸੰਪਰਕ ਕਰੋ ਤਾਰਕ ਚੌਧਰੀ ਹੁਣਾਂ ਨਾਲ 7806957200 780 695 7200 ਪਤਾ 9257 34A Avenue Edmonton। Maharaja Banquet Hall। ਕਿਸੇ ਨੂੰ ਮਾਰਨ ਦਾ ਢੰਗ ਹੈ ਇਹ ਵੀ ਕਿ ਸ਼ੀਸ਼ਿਆਂ 'ਚ ਵਕਾਰ ਪਾਓ ਤੇ ਸ਼ਖਸੋਂ ਪਹਿਲੋਂ ਹੀ ਅਕਸ ਮਾਰੋ। ਸੋ ਖੁਦ 'ਚ ਪੂਰਾ ਯਕੀਨ ਰੱਖੀ। ਲਿਬਾਸ ਮੰਗਾ ਨਾ ਓਟ ਮੰਗਾ ਨਾ ਪਰਦਾਦਾਰੀ ਦਾ ਖੋਟ ਮੰਗਾ। ਬਸ ਆਪਣੀ ਉਲਫਤ ਦੇ ਓਲਿਆਂ 'ਚ ਤੂੰ ਮੈਨੂੰ ਪਰਦਾ ਨਸ਼ੀਨ ਰੱਖੀ। ਆਈ ਪਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਮੈਂ ਲੱਭ ਕੇ ਲਿਆਉਣਾ ਕਿਤਿਓਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੁਰਜੀਤ ਪਾਤਰ ਸਾਹਿਬ ਦੀਆਂ ਲਿਖੀਆਂ ਇਹਨਾਂ ਸਤਰਾਂ ਦੇ ਨਾਲ ਇੱਕ ਵਾਰ ਫੇਰ ਆਪ ਸਭ ਦਾ ਹੀ ਵਤਨ TV ਪ੍ਰੋਗਰਾਮ ਦੇ ਵਿੱਚ ਹਾਰਦਿਕ ਅਤੇ ਨਿੱਘਾ ਸਵਾਗਤ ਹੈ। ਜਿਵੇਂ ਮੈਂ ਦੱਸਿਆ ਸੀ ਕਿ ਐਡਮਿੰਟਨ ਸ਼ਹਿਰ ਦੀਆਂ ਸਿਵਿਕ ਇਲੈਕਸ਼ਨਸ ਸਿਰ ਉੱਪਰ ਨੇ ਅਤੇ ਪਿਛਲੇ ਦਿਨੀ ਸਥਾਨਕ ਰੇਡੀਓ ਪ੍ਰੋਗਰਾਮ 580 AM ਵੱਲੋਂ ਜਿਹੜੇ ਮੇਅਰਲ ਕੈਂਡੀਡੇਟ ਨੇ, ਮੇਅਰ ਵਾਸਤੇ ਉਮੀਦਵਾਰ ਨੇ, 4 ਉਮੀਦਵਾਰਾਂ ਦੀ ਡਿਬੇਟ ਕਰਵਾਈ ਗਈ। ਆਓ ਵੇਖਦੇ ਹਾਂ ਉਸ ਡਿਬੇਟ ਦਾ ਇਹ ਪਹਿਲਾ ਹਿੱਸਾ। Wadhan TV present the news with the help of Lot Binder, Harjeet Sandhu, Uday Nayak, Bernadette Young, Sunil Kalia. My Radio 580 AM is a locally owned, ethnic radio station based in Edmonton, Alberta, broadcasting 24/7 to over 90% of the province's population with a focus on diverse programming and news in multiple languages, including Hindi, Punjabi, Urdu, Arabic, and Filipino. Established with a team of experienced journalists, the station offers talk shows, live reporting, and news updates covering current events, sports, and entertainment to connect Albertans from various cultural backgrounds. This My Radio 580 AM was the brainchild of a legendary journalist Gursharan Batar, who has great contribution in the media to reach to the masses and educate the audience with great innovations in this field, multilingual programming. The station broadcasts in numerous languages, catering to the diverse linguistic communities in Alberta, extensive coverage. With a broad reach, My Radio 580 AM provides coverage across the majority of Alberta, making it Western Canada's largest ethnic radio station. Diverse content. Programming includes talk shows, live reporting, worldwide news, market analysis, sports, and entertainment. Community focus. My Radio 580 AM aims to bring Albertans together, acting as a platform to foster community connections and provide a voice for its diverse audience. Professional journalism. The station is committed to delivering professional, unbiased, and responsible journalism through its experienced team. On 30th of September 2025, My Radio 580 AM organized an event in which 4 candidates squared off September 30th in Sultan Banquet Hall in southeast Edmonton to debate public transport,
homelessness and the gig economy. Mayoral frontrunners discuss transit and taxes at public forum. An eminent audience from various walks of life was present there to be part of this debate. Wadden TV brings a report. Less than 6 weeks from Edmonton's municipal election, campaigns are heating up for the city's mayoral candidates. Traditionally, after the Labor Day long weekend is when we see campaigns ramp up to full force. Campaigns heat up for 6 Edmonton mayor hopefuls. Candidates are Andrew Knack, Tim Cartmale, Michael Walters, Raheem Jaffer, Omar Mohammed, Tony Katerina. But today in debate there were 4 candidates participating. Host of the debates are Gershwin Buttar, a legend journalist, Greg Davis, an expert journalist, Kate Cooper Smith, a well-known journalist. Master of ceremonies was an elegant anchor, Laura Baez. Let us watch the debate. Me to be your host today. On behalf of my Radio 580, I would like to welcome you all to today's mayoral candidate debate. We are honored to host this important civic conversation where candidates will share their vision for the future of our city and answer questions on the issues that matter most to Edmontonians. Before we begin, I want to take a moment to acknowledge that we are gathered here on Treaty 6 territory, the traditional land of the First Nations and the homeland of the Métis. Today, we recognize the deep history, culture, and contributions of Indigenous people who have cared for this land for generations. It is especially meaningful that this debate is taking place on National Day of Truth and Reconciliation, a day for reflection, learning, and honoring the survivors of residential schools, their families, and communities. As we discuss the future of the city, it is important to remember that reconciliation must be part of the future. Municipal leaders have a vital role in this, having these conversations and turning it into practical and meaningful laws. Ensuring the city grows in respect, inclusivity, and partnership with Indigenous communities. Well, let me quickly introduce the panelists who will be asking the questions on behalf of Edmontonians and my radio. So we're going to start with Kate Cooper. She is an Edmonton-based writer, chef, and lifelong enthusiast. Originally from Australia, she has called Edmonton home for over 25 years. She worked alongside small local businesses throughout her career and is also the co-host of the Next 48 on my Radio 580 AM. Welcome, Kate. And then we have Greg Davis, is the publisher of Info Edmonton Magazine and Vice President of the Alberta Magazine Publishers Association. Having moved to Edmonton in 2015, he has worked not only in media but also connecting communities. His passion project is being the director of the Kerry West and is also host on an on-air my Radio 580 AM show. Next in line, we have Mr. Gershwin Buttar, a seasoned media professional with over 25 years of experience in radio and broadcasting. Mr. Buttar is the general manager and journalist of My Radio 580. He hosts the morning show and conducts community-focused talk shows, ensuring that important conversations reach and engage diverse audiences. Mr. Buttar's broadcasting journey began in 1995 with a weekly 15-minute segment on local radio. His passion and dedication transformed the small opportunity into a full-time career, leading him to establish 4 radio stations in Edmonton and Calgary. Beyond broadcasting, he's a committed community leader, philanthropist, having a heart for vital fundraising initiatives for organizations such as Edmonton Food Bank, also the Alberta Heart Institute, and Red Cross of Canada. His media contributions and humanitarian work Medallion Award for the Government of Alberta in 2005 for outstanding media services, and the recognition by the Punjab government in 2007 for his contributions to non-resident Indians initiatives. Through his career, Mr. Buttar has attended major community events and participated in government-hosted foreign trips as reporting journalist. So now with that, you can see an incredible panel. Now we're going to introduce the candidates for today's debate. So we will start by thanking Michael Waters for being here. Michael Waters is a former Edmonton City Councillor who is running for mayor in 2025. He grew up in rural Alberta.
before moving to Edmonton over 30 years ago. Then we have Tim Cartmell, and he is an incumbent city councilor for Ward 9, and he is a professional engineer and business owner. Next, we have Andrew Knack. Andrew is a long-serving Edmonton city councilor representing the Nakota Isga ward, formerly known as Ward Number 1. And then we have Rahim Jaffer. As a former federal member of parliament, he served as MP for Edmonton, Strathcona from 1987 to 2008. He earned a Bachelor in Arts and Political Science in Ottawa. And with that, we are going to start the debate by allowing the candidates to introduce themselves. We'll allow each candidate to have 2 minutes to introduce themselves, their vision, and why they're running. I will keep you in time. That's my job today. So if time is running, I will ask you that you please give the word to the next candidate. So we'll start with Michael Waters, and then we'll go work all our way to Rahim. Is that okay? Okay, let's get started. Good. Okay, thanks. Good afternoon, everyone. I want to begin, as you did, by acknowledging that today is National Day for Truth and Reconciliation. So really appreciate the thoughtfulness of this day. My name is Michael Walters. I'm running to be the next mayor of Edmonton because we are ready for change at City Hall. And I have the right energy, the right experience, and the right leadership to deliver that change. Edmonton is where my wife, registered nurse, and I started our careers, raised our 2 sons, and bought our first home in our late 20s. And I know that's not an option for so many young people in our city today. I spent 20 years working in the nonprofit sector, then I served 2 terms on Edmonton City Council, and I stepped away from public service to run a small business downtown. So I've knocked on thousands of doors across our city and have heard how hard the last 4 years have been as life has gotten more expensive for our families. Council has supported a 28% increase to property taxes, 9% increase in transit fares, higher and higher utility bills. Not only does our city feel less affordable, it also feels less safe. So as mayor, I will make our city, our transit system, safe again. We will freeze transit fares for the next 4 years, and together we can build a safe and vibrant downtown. We will support economic growth and small businesses so that they can thrive in every corner of our great city. And I will leverage the full power of the mayor's office to bring the right people together to protect families and businesses from any threats, including and especially the terrifying extortion felt so horribly in this community. This is the most important example of why this election is not about left or right, or about political parties. It's about leadership and getting our city back on track so families can feel safe and feel like their voices are heard at City Hall on the issues that matter most to you. Thank you. Look forward to your questions this afternoon. Right. Team, you're next. Thank you. Good afternoon. My name is Tim Cartmell. I'm a lifelong Edmontonian, a professional, and a 2-term city councillor. Edmonton is where my wife Kathy and I raised our family, built our business, and built our lives. I'm an engineer who spent 30 years building communities you can trust, solving problems, delivering projects on time and on budget, and asking the tough questions when the easy answers weren't good enough. That's the discipline and experience I will bring to City Hall, because I know we can build it better. I know that a great city doesn't have to cost more. After months of knocking on doors, it's clear people don't feel safe today, don't feel safer today than they did 4 years ago. Parents don't want their kids on the LRT. Too many seniors feel anxious walking to the store. Disorder is up, and so is the sense of fear. As mayor, I will launch a safe street strategy that combines visible policing with community partnerships, bylaw enforcement, and support for those struggling with their addiction and mental health challenges. We also need to get our fiscal house in order. Edmonton has some of the highest property taxes in the country. Businesses are choosing to invest in Nisku and Atchison instead of in Edmonton. That means fewer jobs and fewer opportunities for our residents, for our kids. And then there is how we move. We need to do our part by building smarter and faster, fix roads and bridges before chasing vanity projects, and focus on housing in the wide open spaces where it makes the most difference. Blatchford, Northlands, downtown.
Growth can't just happen to us. We need to plan for it. But the truth is, one mayor's vote alone can't change this city. And that's why I created Better Edmonton, a nonpartisan team of leaders with diverse backgrounds who share my values and are ready to get to work on day one. Edmonton's best days are ahead of it, and with the right leadership, the right plan, and the right team, we will get there. Okay, thank you very much. Next, Andrew. Thank you. So as we begin today, I again want to acknowledge that today is National Day for Truth and Reconciliation. This is a day to honor the survivors of residential schools, to mourn those who never returned home, and to recommit ourselves to the hard work of reconciliation with Indigenous peoples. It's not just about looking to the past, it's about the responsibility each of us carries today to build a more just future. Reflecting on this, I am reminded of the shared stories among communities. Members of the South Asian diaspora know too what it means to endure the impacts of colonialism. Generations of families across India, Pakistan, and beyond lived through the loss of language, culture, and autonomy under systems of oppression. While the histories are different, there is a deep parallel in the resilience needed to preserve identity, community, and pride in the face of colonial power. For me, these connections underscore an important truth. Our city is strongest when we learn from each other's histories and stand together in solidarity. Reconciliation is not just an Indigenous or government responsibility, it's a collective responsibility. We are all treaty people. And today, as we talk about the future of our city, I hope we can ground our discussions in that spirit of respect, learning, and shared commitment to justice. That is why I'm running to be your next mayor. In my 12 years on City Council, I have worked every day to earn the trust of Edmontonians by listening, by showing up, and by delivering real results. And I've made smart decisions that not only saved taxpayers millions, but also protected the public services we rely on. A stronger Edmonton is one where decisions are made openly and independently. One that always puts you first. Thank you. As many of you know, my family came here as refugees from Uganda. We built businesses, built a better future, and that opportunity gave me the chance to become a member of Parliament in 1997 for 4 separate elections. But now, a lot of people feel we've been heading in the wrong direction. Almost 70% of our neighbors feel that things aren't going the way that they used to in Edmonton, and they don't feel that confident. Well, I'll give you a stark choice amongst myself and my colleagues. If you think that crime's not bad, if you think that taxes are not high, if you feel that our economic strength is at peak potential, then you can vote for the status quo, because that's what all of these 3 gentlemen represent. If you want real change with lower taxes, better results on crime, and economic growth that comes from business experience, but also experience at the federal level, then the choice is very clear for all of you. More of the same, or something new, something fresh, something bold. I invite you to look at my policy, especially getting back to the basics. How do we get this city back on track? What do we focus on as the core services for Edmontonians? And how do we make it more cost effective in the delivery? I invite you to have a look, and thank you for the opportunity to be here today. Wonderful. Okay, so we're gonna get started with our debate rounds. Each candidate will get 90 seconds to answer, and then you each get 30 seconds to rebuttal anything if this is specifically asked for you to do so. So we're gonna start with Mr. Buttar to ask the first question. Thank you, gentlemen, for coming and participating in this important forum today. My question is, how would explain the value proposition of current property tax system to the homeowners? I'll start with you, Mr. Michael and Walters. So I think the value proposition of taxes has historically been clear. People pay taxes for basic services, snow removal, public safety, emergency management, police, fire, parks, just a good functional city that attracts the kind of investment we need to create the jobs so people can build their lives here. I think what we've seen
in the last 4 years is an excessive set of tax increases that's actually not about our public services or paying for growth. It's more about forcing our city to lose competitiveness. So what we've experienced when you have this kind of high amount of tax increases is we're losing businesses and investment to Nisku and Acheson, which ultimately has a pretty negative effect on families. There's less employment in the city, farther commutes to get to jobs that are in those communities. And ultimately, when we have less of a business tax to rely on, we're going back to property tax owners to pay more money for fewer services. So it ultimately makes life less affordable and more expensive for our people in Edmonton without the same quality of services they expect to build a city. So we pay for growth with a strong economy. I don't think that's clear to the members of the last council, we've seen some of the highest tax increases that we've ever seen, and as a result, we're seeing businesses leaving our city and not investing in our city, and we're not seeing the value. Time is up. Thanks. Mr. Cartman. I think that's the question. What is the value proposition for the property taxes that you're paying? I think I have heard from a lot of people that they don't see the value proposition. Taxes are going up and services are going down. And I think this is why. At your kitchen table or at your boardroom table, you will examine how much money is coming into your home or coming into your business. You will examine what your obligations are, your mortgage payments, your grocery bills, your fuel bills, your utilities. And you'll analyze that, and if there's enough money left when you've paid all your bills to go and do something like build a fence or build a deck or go on a vacation, then you will go ahead and do that. But if there isn't enough money at the end of the obligations, then you won't. If you want to do some of those things, you will save your dollars. That's not the way the City of Edmonton has been managing its budgets, and that's why I've largely voted against those budgets, because what the city does is it goes and says all of the things that it wants to do, and then just simply takes the money from your pockets and does them. What I'm going to do when I'm elected is establish a blue ribbon panel to do a line-by-line examination of the budget, to make sure that we are prioritizing the things that are important to you, that we're properly allocating the dollars we're already taking from your wallet to those services, and when we run out of money, we run out of things to do. Thank you. Mr. Nick? Thank you. So I believe we need to make sure we have a responsible budget. We need to make sure we're investing wisely in the services that people need. I also want to make sure that we're not going back into an austerity approach. Think about the investments that have been made, even in this part of the city in the last few years. Things like the Valley Line Southeast LRT, a very well-used service, something that's really critical. We've expanded our bus service across the city to serve more communities, more people. We built recreation centers and libraries to allow people to have those opportunities to connect with community, connect with each other, to learn, to grow, to stay fit, to stay active. And so my plan is to make sure that we continue to invest in our city. We have growing communities. We've added 200,000 people in the last 4 years. It's important to make sure that we're building out the fire halls that we need in those new communities, the recreation spaces, the parks, the benches. We still can't even have the benches. We've got to make sure we're investing in things like this that make the day-to-day lives important. We also have to make sure we know our single biggest budget item is policing. So we continue to invest in that, making sure we're building a safer city. And so my plan is one where we are responsible for our budget, where we are working together with community to develop what those priorities should be, but also one that does not go into austerity and stops investing in the city and make this a place with a great quality of life. Thank you. Mr. Jefford now. So the value proposition is if you elect any of these three gentlemen, your taxes will go up. That's the value from the status quo. In fact, over the last decade, City Council has rubber stamped nearly 40% in tax hikes, 37% alone from Councillors Cartmel and Eck, and 11% more from Councillor Walton. I think one thing I've heard from people across the city is they don't mind paying more in taxes if they see the services being delivered magically. Almost anyone I speak to, and I'm sure many in this room feel that that's not happening when you consider potholes, snow removal, the garbage, the police, the crime. None of these things are getting better with your taxes going higher. We need a new voice, a new vision, a new way to sharpen our pencils and actually deliver more efficient services, but
but pass those savings on to taxpayers. I'm the only candidate calling for a tax reduction. I did it at the federal level when we rolled back the GST from 7 to 5%, and we cleaned up a lot of the administration. We can do it here at the city. So what we're hearing from Councillor Knack in this case is just this constant sort of surrendering to excessively high taxes, which are in fact chasing businesses out of our city, making our economy less competitive, and making us less able to pay for the services that people need in our city. So we have to be careful. Thank you. Okay. Yes. So, any more rebuttal from anybody? Yeah, I think Michael shouldn't be such a defeatist. It's been done where you can balance the budget and still deliver high service. Well, you can be realistic. These guys, they've already demonstrated their only solution is to increase taxes. Thank what you. about increasing economic development to offset the property tax? Thank you. I would just, since I think my name was referenced to, I do get my 30 seconds. Sure. Right? Yeah, perfect. Thank you. Right, yes. Yeah, I think it's important that when we're talking about being responsible with our budget, I mean, whether folks have served in federal or on council, if they're talking about either reducing taxes or bringing down certain increases, what they need to be able to do is show where that's going to come from. Our budget documents are public. So it's really easy to sit here and say, we're going to reduce your costs, we're going to freeze your costs. It's something entirely different to say, here's what I'm going to pull from the budget. And I think it's really important that we ask that when we're having those conversations. Thank you very much. ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡਾ ਆਪਣਾ ਰੀਅਲਟਰ ਹਰਜੀਤ ਸੰਧੂ ਮੈਕਸਵੈਲ ਪਲੇਅਰਸ ਰੀਅਲਟੀ ਦੇ ਨਾਲ, ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਬਹੁਤ ਹੀ ਬਿਊਟੀਫੁਲ ਬੰਗਲੋ 158 ਬਲੈਕਬਰਨ ਡਰਾਈਵ ਅੱਜ ਅਫੀਸ਼ੀਅਲੀ ਸੋਲਡ ਹੋ ਗਿਆ ਹੈ। ਜੇ ਤੁਸੀਂ ਵੀ ਆਪਣੇ ਘਰ ਦੇ ਉੱਪਰ ਸੋਲਡ ਸਾਈਨ ਦਾ ਸਟicker ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰੋ 7802333100। ਥੈਂਕ ਯੂ। Hello friends, my name is Harjeet Sandhu. I'm a realtor with the Maxwell Polaris, and I have just listed this 8.85 acres of highway commercial land right in the town of Lamont, Alberta. This land is fully serviced, and about 3 acres of this land is fully fenced and gravelled. And this land has easy access to Highway 15 and also has access to Alberta's industrial heartland. About this land, if you have any questions, give me a call 780-233-3100. Thank you. Welcome to Ma Memory, your trusted partner for premium bulk products. Located in Alberta, Canada, Ma Memory connects you to a world of high quality, affordable products directly sourced from trusted manufacturers and wholesalers. Whether you're shopping for personal use or B2B needs, we're here to ensure a seamless and efficient supply chain experience. Tech essentials, micro SD cards, flash drives, SSDs, consumer electronics, cell phone accessories, USB chargers, cables, card readers, memory cards, laptop stands, and phones, lifestyle products, perfumes, coffee filters, and premium coffee. As an authorized seller of Snesh, we guarantee authentic products that deliver performance and reliability. Why choose Ma Memory? Exceptional quality, we handpick every product to meet your high standards, customer commitment. Your satisfaction is our priority. Shop confidently with a trusted partner. ਗੋਲੀਆਂ ਲੈਂਦੇ ਰਹੋਗੇ ਜਾਂ ਪ੍ਰੋਬਲਮ ਦਾ ਕੋਈ ਹੱਲ ਵੀ ਲੱਭੋਗੇ? ਕੰਪਿਊਟਰ ਤੇ ਵੀ ਦੇਖ ਚੁੱਕਾ ਆ 4 ਸਾਲ ਹੋ ਗਏ ਸਾਨੂੰ ਕੈਨੇਡਾ ਆਇਆ ਨੂੰ 6 ਟੈਕਸ ਕੰਸਲਟੈਂਟ ਟਰਾਈ ਕਰ ਲਿਆ ਜਿਸ ਤੋਂ ਵੀ ਕੰਮ ਕਰਵਾਇਆ ਕੋਈ ਨਾ ਕੋਈ ਗਲਤੀ ਰਹਿ ਹੀ ਜਾਂਦੀ ਆ। ਗਲਤੀ ਤਾਂ ਤੁਹਾਡੀ ਆ। ਤੁਹਾਨੂੰ ਚੇਤਾ ਨਹੀਂ ਤੁਹਾਡੇ ਭਰਾ ਨੇ ਕੀ ਕਿਹਾ ਸੀ? ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough.
Kapil ji, you're the best. KP Accounting and Tax Services provides best results for tax preparation, bookkeepers, payroll, GST return, business advisory, and best specialist tax consultant in Edmonton. Contact KP Accounting and Tax Services. 913335 Avenue Northwest, Edmonton, Alberta. Phone number 780-469-2677. Just make you cry. Hello folks, my name is Harjeet Sandhu. I'm a realtor with Maxwell Players. Just want to let you know that beautiful bungalow 158 Blackburn Drive is officially sold now. And if you want to see a sold sign on your property, give me a call 780-233-3100. It's in my eyes. Feels like I could break it any moment. It's shattered. ਸਰਬਰਿੰਦਰ ਸਰਾਂ ਪ੍ਰੋਫੈਸ਼ਨਲ ਕਾਰਪੋਰੇਸ਼ਨ ਅਕਾਊਂਟਿੰਗ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਭਰੋਸੇਯੋਗ ਸੇਵਾਵਾਂ ਜਿਵੇਂ ਪਰਸਨਲ ਟੈਕਸ ਰਿਟਰਨਸ, ਕਾਰਪੋਰੇਟ ਟੈਕਸ ਰਿਟਰਨਸ, ਕੰਪਾਈਲੇਸ਼ਨ ਇੰਗੇਜਮੈਂਟਸ, ਰਿਵਿਊ ਇੰਗੇਜਮੈਂਟਸ, ਆਡਿਟ ਇੰਗੇਜਮੈਂਟਸ, ਬੁੱਕਕੀਪਿੰਗ, GST ਰਿਟਰਨਸ, ਪੇਰੋਲ, ਟਰਸਟ ਐਂਡ ਐਸਟੇਟਸ, ਫਾਈਨੈਂਸ਼ੀਅਲ ਪਲੈਨਿੰਗ ਅਤੇ ਟੈਕਸ ਸੰਬੰਧੀ ਹੋਰ ਸੇਵਾਵਾਂ ਲਈ ਅੱਜ ਹੀ ਸਰਬਰਿੰਦਰ ਸਰਾਂ ਨੂੰ ਫੋਨ ਕਰੋ 7802006362। ਆਪਣੇ ਪਰਸਨਲ ਅਤੇ ਬਿਜ਼ਨਸ ਟੈਕਸ ਰਿਲੇਟਡ ਅਕਾਊਂਟਿੰਗ ਸਰਵਿਸਿਜ਼ ਲਈ ਸਰਾਂ ਅਕਾਊਂਟਿੰਗ ਨੂੰ ਕੰਟੈਕਟ ਕਰੋ। Sran Accounting, how may I help you? To match the sizes that are on site, to match the hinge locations, the lock locations, so that the fit up is easy and it makes it easier for the installer to put the doors into existing jambs that are on the houses already. I love Edmonton. I want to stay in Edmonton, and we want to help the community and plus Canadian stuff. But definitely we're getting bigger out there, and this is kind of our niche to do these custom projects and make everything look fancy. Lots of people love it. People said, oh, that's why name is Fancy Doors. ਵੈਲਕਮ ਟੂ ਮਹਾਰਾਜਾ ਬੈਂਕੁਏਟ ਹਾਲ। ਜੇਕਰ ਤੁਸੀਂ ਵੈਡਿੰਗਸ, ਰਿਸੈਪਸ਼ਨਸ, ਬਰਥਡੇ ਪਾਰਟੀਜ਼, ਲੇਡੀ ਸੰਗੀਤ, ਕਾਰਪੋਰੇਟ ਇਵੈਂਟਸ, ਬਿਜ਼ਨਸ ਲੰਚ, ਹੌਲੀਡੇ ਪਾਰਟੀਜ਼, ਗ੍ਰੈਜੂਏਸ਼ਨ ਪਾਰਟੀਜ਼ ਜਾਂ ਕਿਸੇ ਕਲਚਰਲ ਇਵੈਂਟ ਲਈ ਕਿਸੇ ਵਧੀਆ ਬੈਂਕੁਏਟ ਹਾਲ ਦੀ ਤਲਾਸ਼ ਵਿੱਚ ਹੋ ਤਾਂ ਤਾਰਕ ਚੌਧਰੀ ਹੁਣਾਂ ਵੱਲੋਂ ਖੋਲ੍ਹੇ ਗਏ ਮਹਾਰਾਜਾ ਬੈਂਕੁਏਟ ਹਾਲ ਤੇ ਪਹੁੰਚੋ। ਤਾਰਕ ਚੌਧਰੀ ਹੁਣੀ ਤੁਹਾਡੇ ਲਈ ਡੀਜੇ ਅਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਨ। Maharaja Banquet Hall also has nice dance floors, live food stations, cocktail bar, guest lounge and plenty of parking. ਆਪਣੇ ਅਗਲੇ ਇਵੈਂਟ ਨੂੰ ਯਾਦਗਾਰ ਬਣਾਉਣ ਲਈ ਸੰਪਰਕ ਕਰੋ ਤਾਰਕ ਚੌਧਰੀ ਹੁਣਾਂ ਨਾਲ 7806957200 780 695 7200 ਪਤਾ 9257 34A Avenue, Edmonton. Maharaja Banquet Hall. ਅਗਨ ਚ ਬਲ ਕੇ ਹਵਾ ਚ ਰਲ ਕੇ ਨਾਉਣਾ ਦੇਖਣ ਅਸਾਂ ਨੇ ਭਲ ਕੇ ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ ਮਲੀਨ ਰੱਖੀ ਆਈ ਪੱਤਝੜ ਤਾਂ ਫੇਰ ਕੀ ਐ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲਿਆਉਣਾ ਕਿਤਿਓਂ ਲੱਭ ਕੇ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਇੱਕ ਵਾਰ ਫਿਰ ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਹਾਰਦਿਕ ਅਤੇ ਨਿੱਘਾ ਸਵਾਗਤ ਹੈ ਵਤਨ TV ਪ੍ਰੋਗਰਾਮ ਦੇ ਵਿੱਚ। ਪਿਛਲੇ ਦਿਨੀ ਲਾਟ ਭਿੰਡਰ ਹੁਣਾਂ ਵੱਲੋਂ ਸਥਾਨਕ MP ਜਗਸ਼ਰਨ ਮਾਲ ਹੁਣਾਂ ਦੇ ਨਾਲ ਇੱਕ ਇੰਟਰਵਿਊ ਕੀਤੀ ਗਈ। ਆਓ ਵੇਖਦੇ ਹਾਂ ਉਹੀ ਇੰਟਰਵਿਊ। Wadin TV present the news with the help of Lot Binder, Harjeet Sandhu, Uday Nayak, Bernadette Young, Sunil Kalia. ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮੈਂਬਰ ਪਾਰਲੀਮੈਂਟ
ਜਗਸ਼ਰਨ ਮਾਲ ਹੋਣਾ ਦੇ ਦਫ਼ਤਰ ਦੇ ਵਿੱਚ, ਜਿਹੜੇ ਕਿ ਪਿਛਲੀਆਂ ਚੋਣਾਂ ਦੇ ਵਿੱਚੋਂ ਜੇਤੂ ਰਹੇ ਆ ਐਡਮਿੰਟਨ ਸਾਊਥ ਈਸਟ ਹਲਕੇ ਦੇ ਵਿੱਚੋਂ। ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਮਾਲ ਸਾਹਿਬ, ਸਵਾਗਤ ਹੈ ਤੁਹਾਡਾ। ਪਿੰਡਰ ਸਾਹਿਬ, ਆਪ ਜੀ ਦਾ ਤੇ ਤੁਹਾਡੀ ਸਾਰੀ ਵਤਨ ਟੀਵੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਟਾਈਮ ਕੱਢਿਆ, ਸਾਡੇ ਦਫ਼ਤਰੇ ਆਏ ਹੋ, ਤੇ ਦਫ਼ਤਰ ਖੁੱਲ੍ਹਣ ਦੇ ਉੱਤੇ ਤੁਹਾਨੂੰ ਤੇ ਸਾਰੀ ਜਿਹੜੀ ਕੌਂਸਟੀਚੁਐਂਟਸ ਨੇ ਉਹਨਾਂ ਨੂੰ ਮੁਬਾਰਕਬਾਦ ਇਹੀ ਕਹਿਣਾ ਚਾਹੂੰਗਾ ਜੀ। ਅਸੀਂ ਵੀ ਆਉਂਦੇ ਹਾਂ ਇਸ ਬਾਹਰਲੇ ਮੁਲਕ ਦੇ ਵਿੱਚ, ਤੇ ਜਦੋਂ ਜਹਿਦ ਕਰਕੇ ਕਿੱਥੋਂ ਤੁਰਦੇ ਹਾਂ, ਕਿੱਥੇ ਪਹੁੰਚਦੇ ਹਾਂ, ਤੇ ਉਹੀ ਸਫ਼ਰ ਤੁਸੀਂ ਹੁਣ ਜਿਹੜਾ ਨਵਾਂ ਤੈਅ ਕਰਕੇ ਇੱਥੇ ਪਹੁੰਚੇ ਹੋ। ਤੇ ਮੈਂ ਨਹੀਂ ਪੁੱਛਾਂਗਾ ਕਿ ਕਿੱਥੋਂ ਤੁਰੇ, ਕਿੱਥੋਂ ਆਏ, ਲੇਕਿਨ ਜਦੋਂ ਵੀ ਆਏ ਤੇ ਹੁਣ ਇਸ ਮੁਕਾਮ 'ਤੇ ਪਹੁੰਚੇ ਹੋ, ਤੇ ਕਿਵੇਂ ਮਹਿਸੂਸ ਕਰ ਰਹੇ ਹੋ ਐਜ਼ ਏ ਮੈਂਬਰ ਪਾਰਲੀਮੈਂਟ? ਜਿਹੜਾ ਕਿ ਅਸੀਂ ਪੰਜਾਬ ਤੋਂ ਜਦੋਂ ਆਉਂਦੇ ਹਾਂ, ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਕਿ ਕਿਵੇਂ ਮੈਂਬਰ ਪਾਰਲੀਮੈਂਟ ਬਣਨਾ ਕਿੰਨਾ ਔਖਾ ਆ, ਉੱਥੋਂ ਤੱਕ ਪਹੁੰਚਣਾ। ਇਹ ਸਫ਼ਰ ਤੁਸੀਂ ਤੈਅ ਕੀਤਾ, ਇੱਥੋਂ ਤੱਕ ਪਹੁੰਚ ਗਏ ਹੋ, ਤੇ ਅੱਗੇ ਸ਼ੁਭ ਇੱਛਾਵਾਂ ਅਗਾਂਹ ਦੀ ਤੁਹਾਡੀ ਜ਼ਿੰਦਗੀ ਵਾਸਤੇ। ਪਰ ਸ਼ੁਰੂਆਤ ਜਿਹੜੀ ਆ ਤੁਹਾਡੀ, ਉਹਦੇ ਬਾਰੇ ਦੱਸੋ ਕਿ ਕਿਵੇਂ ਮਹਿਸੂਸ ਕਰ ਰਹੇ ਹੋ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਬਾਹਰਲੇ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ, ਪੰਜਾਬੀ ਪਗੜੀਧਾਰੀ ਦੇ ਤੌਰ 'ਤੇ? ਹਾਂਜੀ, ਬਹੁਤ ਲਾਜਵਾਬ ਸਵਾਲ ਕੀਤਾ ਤੁਸੀਂ। ਇਹ ਮੈਂ ਆਪਣੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜੇ ਤੁਸੀਂ, ਜਿਵੇਂ ਤੁਸੀਂ ਹੁਣੇ ਅਸੀਂ ਨਾ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ 53 ਸਾਲ ਹੋ ਗਏ ਤੁਹਾਨੂੰ ਆਇਆਂ ਨੂੰ, ਹੈ ਨਾ। ਮੇਰੇ ਉਸਤਾਦ ਸੀਗੇ ਪੰਨੂ ਸਾਹਿਬ, ਵਰਿੰਦਰ ਪੰਨੂ ਨਹੀਂ, ਜਿਨ੍ਹਾਂ ਨੇ ਮੈਨੂੰ ਲੱਗਦਾ 45-46 ਸਾਲ ਪ੍ਰੈਕਟਿਸ ਕੀਤੀ ਐਜ਼ ਅ ਲਾਇਰ ਇੱਥੇ। ਇਹ ਤੁਹਾਡੀਆਂ ਜਿਹੜੀਆਂ ਦੇਣ ਨੇ ਨਾ, ਜਿਹੜੀ ਤੁਸੀਂ ਸਟਰਗਲ ਕੀਤੀ ਇੱਥੇ ਆ ਕੇ ਕੈਨੇਡਾ ਦੇ ਵਿੱਚ, ਜਿਹੜਾ ਤੁਸੀਂ ਉਹ ਰੇਸਿਜ਼ਮ, ਜਿਹੜਾ ਤੁਸੀਂ ਉਸ ਬਾਇਸ ਦੇ ਅਗੇਂਸਟ ਲੜੇ, ਉਹਨਾਂ ਦੇ ਕਰਕੇ ਅੱਜ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਕਿ ਅਸੀਂ ਉੱਥੇ ਸੱਤਾ ਦੇ ਵਿੱਚ ਭਾਈਵਾਲ ਹੋ ਸਕੇ ਹਾਂ, ਜਿਹੜਾ ਮੈਂ ਇਹ ਪਰਸਨਲੀ ਫੀਲ ਕਰਦਾ। ਸੋ ਜਿੰਨੇ ਵੀ ਸਾਡੇ ਪੁਰਾਣੇ ਪੁਰਖੇ, ਆਪਣਾ ਬਾਬੇ, ਆਪਣਾ ਕਾਮਾ ਘਾਟਾ ਮਾਰੂ ਤੋਂ ਲੈ ਕੇ ਥਰੂ ਆਊਟ ਦਾ ਟਾਈਮ ਜਿਹੜੀ ਸਟਰਗਲਸ ਅਸੀਂ ਕੀਤੀ ਆ, ਇਹ ਉਹਨਾਂ ਦਾ ਨਤੀਜਾ ਹੈ ਕਿ ਅੱਜ ਅਸੀਂ ਜਿਹੜੇ ਉੱਥੇ ਆਪਣਾ ਅਸੀਂ ਪਾਵਰ ਸ਼ੇਅਰਿੰਗ ਕਰ ਰਹੇ ਹਾਂ। ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਵੰਸ ਅਗੇਨ ਕਿ ਤੁਸੀਂ ਸਾਨੂੰ ਉਹ ਪੀੜਾ ਆਪਣੇ ਉੱਤੇ ਝੱਲ ਕੇ ਤੁਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਇਸ ਕਾਬਲ ਕੀਤਾ ਕਿ ਉਹ ਪਾਵਰ ਸ਼ੇਅਰਿੰਗ ਦੇ ਵਿੱਚ ਕੰਟਰੀਬਿਊਟ ਕਰ ਸਕਣ ਅਪਾਰਟ ਫਰੋਮ ਦ ਪਾਰਟੀ ਲਾਈਨਸ। ਹੁਣ ਦੋਨੋਂ ਪਾਰਟੀਜ਼ ਦੇ ਵਿੱਚ ਆਪਣੇ ਬਹਿੰਦੇ ਨੇ, ਮਤਲਬ ਦੇ ਜਿਹੜਾ ਹੈਗਾ ਜਿਹੜਾ ਹੈਗਾ ਪਾਰਟ ਆਫ ਦੋਸ ਜਿਹੜੀ ਹੈ ਲੈਜਿਸਲੇਸ਼ਨ ਮੇਕਿੰਗ, ਲਾਅ ਮੇਕਿੰਗ ਜਿਹੜੀ ਹੈ, ਜਿਹੜੀ ਉੱਥੇ ਪਾਲਿਸੀ ਮੇਕਿੰਗ ਹੈ, ਉਹਦਾ ਪਾਰਟ ਬਣਦੇ ਨੇ। ਇਹ ਸਾਰਾ ਜਿਹੜਾ ਸ਼੍ਰੇਅ ਜਾਂਦਾ, ਜਿਹੜਾ ਕ੍ਰੈਡਿਟ ਜਾਂਦਾ, ਦੈਟ ਆਲ ਗੋਜ਼ ਟੂ ਜਿਹੜੇ ਸਾਡੇ ਪਹਿਲੀਆਂ ਜਨਰੇਸ਼ਨਸ ਆਈਆਂ ਨੇ ਜਿਹਨਾਂ ਸਟਰਗਲ ਕੀਤੀ ਹੈ। ਇਹ ਤੁਹਾਡੀ ਗੱਲ ਠੀਕ ਹੈ। ਮੈਂ ਤਾਂ ਚਲੋ ਯੈਲੋ ਕੈਬ ਚਲਾਉਣੀ ਸ਼ੁਰੂ ਕੀਤੀ 40 ਸਾਲ ਪਹਿਲਾਂ, 45 ਸਾਲ ਪਹਿਲਾਂ। ਉਦੋਂ ਸ਼ੇਵ ਕਰਨੀ ਪਈ, ਉਹ ਸ਼ੀਸ਼ਾ ਲੱਗਾ ਹੁੰਦਾ ਸੀ ਦਫ਼ਤਰ ਉੱਥੇ ਯੈਲੋ ਕੈਬ ਦੇ, ਕਿ ਉਹਦੇ 'ਚ ਖਲੋ ਕੇ ਦੇਖ, ਤੇ ਸ਼ੇਵ ਕੀਤੀ ਕਿ ਨੋ ਸਾਨੂੰ ਸ਼ੇਵ ਵਾਲਾ ਬੰਦਾ ਨਹੀਂ ਚਾਹੀਦਾ, ਸਾਨੂੰ ਕਲੀਨ ਸ਼ੇਵ ਚਾਹੀਦਾ। ਕਲੀਨ ਸ਼ੇਵ ਤੋਂ ਲੈ ਕੇ ਪੱਗ ਤੱਕ ਸਫ਼ਰ। ਨਹੀਂ, ਇਹ ਸਲੂਟ ਹੈ ਜੀ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਵੰਸ ਅਗੇਨ ਉਹ ਸਟਰਗਲਾਂ ਕੀਤੀਆਂ। ਉਸ ਸਟਰਗਲਾਂ ਨੇ ਸਾਨੂੰ ਉਹ ਸਟਰੈਂਥ ਦਿੱਤੀ, ਉਹ ਦ੍ਰਿੜਤਾ ਦਿੱਤੀ ਕਿ ਅਸੀਂ ਜਿਹੜੀ ਸਾਡੇ ਵੱਡਿਆਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਨੈਕਸਟ ਲੈਵਲ 'ਤੇ ਲੈ ਕੇ ਚੱਲੀਏ। ਅਦਰਵਾਈਜ਼ ਪਰਮਾਤਮਾ ਰੋਟੀ ਸੋਹਣੀ ਦੇ ਰਿਹਾ ਸੀਗਾ। ਮੈਂ ਦੈਟ ਵਾਜ਼ ਵਨ ਆਫ ਮਾਈ ਰੀਜ਼ਨਸ ਕਿ ਆਈ ਚੋਜ਼ ਟੂ ਕਮ ਇਨਟੂ ਦਿਸ ਫੀਲਡ, ਕਿ ਆਪਾਂ ਇਹਨੂੰ ਨੈਕਸਟ ਲੈਵਲ 'ਤੇ ਲੈ ਕੇ ਚੱਲੀਏ, ਤਾਂ ਕਿ ਜਿਹੜਾ ਵਾ ਦੇਖੋ ਜਿੰਨਾ ਚਿਰ ਤੁਸੀਂ ਪਾਵਰ ਸ਼ੇਅਰਿੰਗ ਨਹੀਂ ਨਾ ਕਰਦੇ ਕਿਸੇ ਕੰਟਰੀ ਦੇ ਵਿੱਚ ਆ ਕੇ, ਤੁਸੀਂ ਦੱਸਦੇ ਨਹੀਂ ਕਿ ਤੁਸੀਂ ਜਿਹੜੀਆਂ ਤੁਹਾਡੀਆਂ ਵੀ ਇੱਕ ਯੂਨੀਕ ਜਿਹੜੀਆਂ ਨੀਡਸ ਹੈਗੀਆਂ ਨੇ, ਤੁਸੀਂ ਉਹਦਾ ਪ੍ਰੋਡਕਟਿਵ ਮੈਂਬਰ ਬਣਨਾ ਚਾਹੁੰਦੇ ਹੋ ਉਸ ਸੁਸਾਇਟੀ ਦਾ, ਉਹਨਾਂ ਚਿਰ ਉਹ ਗੱਲ ਬਣਦੀ ਨਹੀਂ। ਹਾਂ, ਜੋਬਸ ਕਰਨੀਆਂ ਜ਼ਰੂਰੀ ਨੇ, ਹੈ ਨਾ। ਇਹ ਤੇ ਤੁਹਾਡਾ ਨੈਕਸਟ ਕੁਐਸਚਨ ਸੀਗਾ ਵੀ ਕਿਵੇਂ ਮਹਿਸੂਸ ਕਰ ਰਹੇ ਹੋ। ਇਹ ਬੜਾ ਇੱਕ ਜ਼ਿੰਮੇਵਾਰੀ ਵਾਲਾ ਜਿਹੜਾ ਤੁਸੀਂ ਇਹ ਕਹਿ ਸਕਦੇ ਕਿ ਇੱਕ ਬੜਾ ਜਿਹੜੀ ਟਾਈਟਲ ਹੈਗਾ ਨਾ, ਇਹ ਰਿਸਪੌਂਸਿਬਿਲਿਟੀਜ਼ ਵਾਲਾ। ਔਰ ਮੈਂ ਆਪਣੀ ਤਨਦੇਹੀ ਨਾਲ ਪੂਰੀ ਜਿਹੜੀ ਆ ਕਰ ਰਿਹਾ ਸੋ ਫਾਰ, ਅਤੇ ਅੱਗੇ ਵੀ ਮੈਂ ਕਰਦਾ ਰਹਾਂਗਾ, ਮੇਕ ਸ਼ੋਰ ਕਿ ਇਸ ਰੋਲ ਨੂੰ ਮੈਂ ਜਸਟੀਫਾਈ ਕਰਾਂ। ਹਾਂਜੀ, ਤੁਸੀਂ ਕਾਨੂੰਨੀ ਮਾਹਰ ਰਹੇ ਹੋ, ਵਕੀਲ ਦਾ ਕੰਮ ਕੀਤਾ ਆ ਇੱਥੇ ਆ ਕੇ, ਹੈ ਨਾ। ਅਤੇ ਹੁਣ ਜਦੋਂ ਪਾਰਲੀਮੈਂਟ ਵਿੱਚ ਬੈਠੋਗੇ, ਜਾ ਕੇ ਬੈਠਦੇ ਹੋ, ਹੁਣ ਸੈਸ਼ਨ ਸ਼ੁਰੂ ਹੈ ਤੁਹਾਡਾ, ਤੁਸੀਂ ਤਜਰਬਾ ਜਿਹੜਾ ਉਹ ਦੇਖਿਆ ਵੀ ਇਹ ਹਫ਼ਤਾ 2 ਹਫ਼ਤੇ ਉੱਤੇ ਪਹਿਲਾ ਸੈਸ਼ਨ ਜਿਹੜਾ ਉਹ ਬੈਠ ਕੇ, ਅਤੇ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਇੱਕ ਤਾਂ ਤੁਸੀਂ ਦਫ਼ਤਰ 'ਚ ਕਾਨੂੰਨ ਜਿਹੜਾ ਉਹਨੂੰ ਲਾਗੂ ਕਰਨ ਦੇ ਕਰ ਰਹੇ ਹੋ, ਅਤੇ ਹੁਣ ਕਾਨੂੰਨ ਘਾੜਿਆਂ ਦੇ ਵਿੱਚ ਕਾਨੂੰਨ ਬਣਾਉਣ ਵਾਲਿਆਂ ਦਾ ਤੁਸੀਂ ਉੱਥੇ ਹੋ, ਅਤੇ ਉੱਥੇ ਕਿਹੋ ਜਿਹੀ ਤੁਹਾਡੀ ਯੋਗਤਾ ਜਿਹੜੀ ਆ ਇਹ ਕੰਮ ਕਰੇਗੀ ਉਹਦੇ ਵਿੱਚ? ਹਾਂਜੀ, ਇਹ ਨਾ ਬਹੁਤ ਵਧੀਆ। ਇਹ ਤੁਸੀਂ ਜਦੋਂ ਐਜ਼ ਅ ਲਾਇਰ ਤੁਸੀਂ ਜਾਂਦੇ ਹੋ, ਦੇਖੋ ਲਾਅ ਅਤੇ ਲਾਅ ਮੇਕਿੰਗ ਜਿਹੜੀ ਹੈ ਨਾ, ਮੈਨੂੰ ਲੱਗਦਾ, ਮੈਂ ਹਮੇਸ਼ਾ ਹੀ ਕਹਿੰਦਾ ਕਿ ਇਟ ਗੋਜ਼ ਹੈਂਡ ਇਨ ਹੈਂਡ। ਅਤੇ ਇਹਦੇ 'ਚ ਬਹੁਤ ਜ਼ਿਆਦਾ ਉਸ ਚੀਜ਼ ਦਾ ਜਿਹੜਾ ਸਾਨੂੰ ਕ੍ਰੈਡਿਟ ਮਿਲਦਾ
ਜਿਹੜੀ ਪੁਰਾਣੀ ਐਜੂਕੇਸ਼ਨ ਤੁਸੀਂ ਐਜ਼ ਅ ਲਾਇਰ ਕੰਮ ਕੀਤਾ, ਐਜ਼ ਅ ਤੁਸੀਂ ਐਜੂਕੇਸ਼ਨ ਲਈ ਆ, ਹੁਣ ਜਦੋਂ ਤੁਸੀਂ ਉੱਥੇ ਲਾਅ ਡਿਸਾਈਡ ਹੋਣੇ ਆ ਕਿ ਕੀ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ, ਕੀ ਨਵੇਂ ਕਾਨੂੰਨ ਆਉਣੇ ਚਾਹੀਦੇ ਨੇ, ਉਹਨਾਂ ਵਿੱਚ ਜਿਹੜਾ ਐਜ਼ ਅ ਲਾਇਰ ਮੈਨੂੰ ਲੱਗਦਾ ਬਹੁਤ ਜ਼ਿਆਦਾ ਐਜ ਰਹਿੰਦਾ ਸਾਡੇ ਕੋਲ, ਹੈ ਨਾ। ਈਵਨ ਡਿਬੇਟਸ ਦੇ ਵਿੱਚ ਵੀ, ਹੁਣ ਮੈਂ ਇੱਕ ਸਾਇੰਸ ਕਮੇਟੀ ਦੇ ਵਿੱਚ ਆ, ਸਾਡਾ ਸਟਾਈਲ ਜਿਹੜਾ ਕੁਐਸਚਨ ਪੁੱਛਣ ਦਾ ਉਹ ਡਿਫਰੈਂਟ ਹੁੰਦਾ, ਮਤਲਬ ਕਿਸੇ ਨੂੰ ਨੋ ਅਫੈਂਸ ਟੂ ਐਨੀਵਨ, ਸਾਰੀ ਸਟਰੀਮਸ ਦੇ ਵਿੱਚੋਂ ਲੋਕ ਆਉਂਦੇ ਨੇ, ਪਰ ਇਹ ਇੱਕ ਨਾ ਨੌ ਮਾਸ ਦਾ ਰਿਸ਼ਤਾ ਪੰਜਾਬੀ 'ਚ ਕਹਿੰਦੇ ਆਪਣਾ ਹੈਗਾ, ਹੈ ਨਾ। ਕਾਨੂੰਨ ਦਾ ਅਤੇ ਕਾਨੂੰਨ ਦਾ ਜਿਹੜਾ ਇਹਨੂੰ ਬਣਾਉਣ ਦਾ, ਸਿਆਸਤਦਾਨ ਦਾ ਅਤੇ ਕਾਨੂੰਨਦਾਨ ਦਾ ਜਿਹੜਾ ਨਾ ਇੱਕ ਵਧੀਆ ਇੱਕ ਸੁਮੇਲ ਹੈਗਾ, ਔਰ ਇਸ ਸੁਮੇਲ ਦਾ ਮੈਂ ਫਾਇਦਾ ਪੂਰਾ ਜਿਹੜਾ ਵਾ ਰਾਈਡਿੰਗ ਨੂੰ ਦਊਂਗਾ, ਇਹ ਮੇਰਾ ਵਾਅਦਾ ਹੈ। ਦੇਖੋ, ਭਾਈਚਾਰੇ ਦੇ ਵਿੱਚੋਂ ਅਸੀਂ ਸਾਰੇ ਸੋਚਦੇ ਹਾਂ ਜਾਂ ਕਹਿੰਦੇ ਹਾਂ ਕਿ ਸਾਡੇ ਵਿੱਚੋਂ ਕੋਈ ਬੰਦਾ ਜੇ ਸਾਨੂੰ ਨੁਮਾਇੰਦਗੀ ਕਰੇ, ਰੈਪਰੈਜ਼ੈਂਟ ਕਰੇ ਸਾਨੂੰ ਜਾ ਕੇ ਉਹਦੇ ਵਿੱਚ, ਅਤੇ ਭਾਈਚਾਰੇ ਦੀਆਂ ਲੋੜਾਂ ਵੀ ਨੇ ਉਹ ਜਿਹੜੀਆਂ, ਉਹਨਾਂ ਦੇ ਬਾਰੇ ਤੁਸੀਂ ਕਿਵੇਂ ਦੇਖੋਗੇ ਕਿ ਸਾਨੂੰ ਕੀ ਚਾਹੀਦਾ? ਸਾਡੇ ਤੁਹਾਡਾ ਹਲਕਾ ਜਿਹੜਾ ਆ ਐਡਮਿੰਟਨ ਸਾਊਥ ਈਸਟ ਹਲਕਾ, ਉਹਦੇ ਵਿੱਚੋਂ ਇਹਨਾਂ ਲੋਕਾਂ ਦੀਆਂ ਸਾਡੀਆਂ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਫੈਡਰਲ ਲੈਵਲ 'ਤੇ ਕਿਵੇਂ ਉੱਥੇ ਪਹੁੰਚਾਇਆ ਜਾਵੇ, ਅਤੇ ਉਹਦੇ ਬਾਰੇ ਕੋਈ ਹੈ ਤੁਹਾਡਾ ਵਿਉਂਤ ਕਿ ਤੁਸੀਂ ਦੇਖੋਗੇ ਕਿ ਪਿੱਛੇ ਜਿੱਥੋਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਚੁਣ ਕੇ ਭੇਜਿਆ ਜਾਂ, ਅਤੇ ਉਹਨਾਂ ਦੀਆਂ ਲੋੜਾਂ ਜਿਹੜੀਆਂ, ਉਹਨਾਂ ਦੀਆਂ ਜਿਹੜੀਆਂ ਨਸੈਸਿਟੀਜ਼ ਆ, ਉਹਦੇ ਬਾਰੇ ਕਿਵੇਂ ਤੁਸੀਂ ਰੈਪਰੈਜ਼ੈਂਟ ਕਰੋਗੇ? ਹਾਂਜੀ, ਐਬਸੋਲੂਟਲੀ। ਜਿੰਨੀਆਂ ਵੀ ਜਾਇਜ਼ ਮੰਗਾਂ ਭਾਈਚਾਰੇ ਦੀਆਂ ਹੋਣਗੀਆਂ, ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ, ਜਿਹੜਾ ਆਪਣਾ ਸਿਸਟਮ ਇੱਕ ਸੈਟਅਪ ਹੈਗਾ ਉਹਦੇ ਵਿੱਚ ਰਹਿ ਕੇ, ਤਾਂ ਆਲਵੇਜ਼ ਹੀ ਉਹਨਾਂ ਦੀ ਤਰਜਮਾਨੀ ਕਰਾਂਗੇ, ਉਹਨਾਂ ਦੀ ਐਡਵੋਕੇਸੀ ਕਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਔਰ ਇਹੀ ਫਾਇਦਾ ਹੁੰਦਾ ਵਾ ਜਦੋਂ ਤੁਸੀਂ ਆਪਣੇ ਨਾਲ ਕੈਂਡੀਡੇਟਸ ਭੇਜਦੇ ਹੋ, ਤਾਂ ਤੁਹਾਨੂੰ ਜਿਹੜੀ ਆ ਉਹ ਇੱਕ ਕਲਚਰਲ ਐਡਵਾਂਟੇਜ ਵੀ ਨਾਲ ਮਿਲਦੀ ਹੈ, ਕਿਉਂਕਿ ਜਿਹੜਾ ਮੇਨ ਸਟਰੀਮ ਉਹ ਕਈ ਵਾਰ ਬੰਦੇ ਨੂੰ ਉਹਨੂੰ ਨਹੀਂ ਪਤਾ ਹੁੰਦਾ, ਇਹ 'ਚ ਨਹੀਂ ਕਿ ਕਈ ਵਾਰ ਉਹ ਮਤਲਬ ਕਈ ਵਾਰ ਇਗਨੋਰੈਂਸ 'ਚੋਂ ਵੀ ਬਾਇਸ ਨਿਕਲ ਆਉਂਦੀ, ਜਾਂ ਉਹ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ, ਹੈ ਨਾ। ਸੋ ਜਦੋਂ ਆਪਣੇ ਬੰਦੇ ਚਾਹੁੰਦੇ ਨੇ, ਓਬਵੀਅਸਲੀ ਦੇ ਮੇਕ ਅ ਪੋਜ਼ੀਟਿਵ ਇੰਪੈਕਟ, ਉਹ ਜਦੋਂ ਆਪਾਂ ਦੱਸਦੇ ਹਾਂ ਤਾਂ ਉਹ ਅੰਡਰਸਟੈਂਡ ਵੀ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਇਹ ਨਹੀਂ ਗੱਲ ਹੈਗੀ। ਸੋ ਮਤਲਬ ਜੋ ਵੀ ਮੌਕੇ ਦੇ ਮੁਤਾਬਕ ਜੋ ਉਸ ਸਮੇਂ ਦੀ ਡਿਮਾਂਡ ਹੋਏਗੀ, ਮੈਨੂੰ ਲੱਗਦਾ ਹੈ ਕਿ ਆਪਾਂ ਜੋ ਵੀ ਬਣਦਾ ਹੋਗਾ ਉਹ 'ਚ ਕਰਾਂਗੇ। ਹਾਂਜੀ, ਫॉर ਸ਼ੋਰ। ਇੱਥੋਂ ਦਾ ਜਿਹੜਾ ਨੋਮੀਨੇਸ਼ਨ ਕੈਂਡੀਡੇਟ ਦੀ ਜਿਹੜੀ ਉਹ ਪ੍ਰੋਸੈਸ ਆ, ਅਤੇ ਜਿੱਥੋਂ ਅਸੀਂ ਆਏ ਹਾਂ ਇੰਡੀਆ ਤੋਂ, ਉੱਥੋਂ ਦਾ ਪ੍ਰੋਸੈਸ, ਉੱਥੇ ਟਿਕਟ ਵੈਸੇ ਹੀ ਦੇ ਦਿੱਤੀ ਜਾਂਦੀ ਆ ਕਿ ਵੇਚੀ ਜਾਂਦੀ ਜੋ ਵੀ ਆ। ਇੱਥੇ ਦਾ ਨੋਮੀਨੇਸ਼ਨ ਪ੍ਰੋਸੈਸ ਤੁਸੀਂ, ਮੈਂ ਖੁਦ ਤੁਹਾਡੇ ਨਾਲ ਇਨਵੋਲਵ ਰਿਹਾ ਉਦੋਂ ਵਿੱਚ, ਕਿ ਕਿਵੇਂ ਤੁਸੀਂ ਉੱਥੋਂ ਨੋਮੀਨੇਸ਼ਨ ਦੇ ਜਿੱਤ ਕੇ ਅਤੇ ਇੱਥੇ ਪਹੁੰਚੇ ਹੋ, ਉਹ ਪ੍ਰੋਸੈਸ ਜਿਹੜਾ ਉਹ ਕਿਵੇਂ ਸਮਝਦੇ? ਫੇਅਰ ਆ ਇੱਥੋਂ ਦਾ, ਕਿਵੇਂ ਆ, ਕਿ ਉਹਦੇ ਬਾਰੇ ਕੋਈ ਦੱਸਣਾ ਚਾਹੋਗੇ? ਹਾਂਜੀ, ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਹੈ ਉਹਦਾ ਜੇ ਤੁਸੀਂ ਇਨੀਸ਼ੀਅਲ ਆਈਡੀਆ ਦੇਖੋ ਨਾ, ਆਈਡੀਆ ਇਹੀ ਹੈ ਕਿ ਜਿਹੜਾ ਬੰਦਾ ਬਿਟਵੀਨ ਦ ਮੈਂਬਰਸ ਆਫ ਦੈਟ ਪਰਟੀਕੂਲਰ ਪਾਰਟੀ ਜ਼ਿਆਦਾ ਪਾਪੂਲਰ ਵੋਟ ਲੈ ਜਾਂਦਾ, ਉਸ ਨੂੰ ਪਾਰਟੀ ਟਿਕਟ ਦਿੰਦੀ ਆ। ਉਹ ਫੇਅਰ ਇਸ ਕਰਕੇ ਹੈ ਕਿ ਉਹ ਨਾ ਇੱਕ ਜਿੱਦਾਂ ਇੰਡੀਆ 'ਚ ਇਲਜ਼ਾਮ ਲੱਗਦੇ ਆ ਕਿ ਨੈਪੋਟਿਜ਼ਮ, ਫੇਵਰਟਿਜ਼ਮ ਆ ਗਿਆ, ਹੈ ਨਾ, ਭਾਈ ਭਤੀਜਾਵਾਦ ਆ ਗਿਆ, ਜੇਬ 'ਚੋਂ ਟਿਕਟ ਨਿਕਲਦੀ ਹੈ, ਬਾਦਲ ਸਾਹਿਬ ਨੇ ਦੇਣੀ ਹੈ ਵੀ ਫਲਾਣੇ ਬੰਦੇ ਨੂੰ ਟਿਕਟ ਦੇ ਦਿਓ ਫॉर ਸਰਟਨ ਰੀਜ਼ਨਸ, ਜੋ ਵੀ ਹੈ ਨਾ, ਕਿਸੇ ਵੀ ਜਾਂ ਉਹ ਜਦੋਂ ਇਸ ਚੀਜ਼ ਨੂੰ ਖ਼ਤਮ ਕਰਨ ਵਾਸਤੇ ਇਹ ਇਸ ਆਈਡੀਆ ਨੂੰ ਲੈ ਕੇ ਆਏ ਕਿ ਇੱਕ ਪ੍ਰੀਲਿਮਿਨਰੀ ਜਿਹੜੀ ਆ ਇਲੈਕਸ਼ਨ ਕਰਵਾ ਲਓ, ਬੇਸਡ ਪੌਨ ਜਿਹੜਾ ਹੈਗਾ ਉਹਨਾਂ ਦੀ ਵੋਟਰ ਲਿਸਟ, ਉਹ ਕਿਹੜੇ ਕੈਂਡੀਡੇਟ ਨੂੰ ਚੁਣਦੇ ਨੇ, ਜਿਵੇਂ ਲੀਡਰਸ਼ਿਪ ਰੇਸ ਹੁੰਦੀ ਪਾਰਟੀਜ਼ ਦੀ, ਉਹਦਾ ਵੀ ਆਈਡੀਆ ਇਹੀ ਹੈ ਨਾ ਕਿ ਇੱਕ ਬੰਦਾ ਹੁਣ ਨਾ ਚੁਣੇ ਪ੍ਰਧਾਨ, ਸਾਰੀ ਪਾਰਟੀ ਚੁਣੇ। ਔਰ ਮੈਨੂੰ ਲੱਗਦਾ ਇਹ ਦ ਫੇਅਰੈਸਟ ਫਾਰਮ ਆਫ ਡੈਮੋਕ੍ਰੇਸੀ ਹੈਗੀ ਆ ਐਟ ਪਾਰਟੀ ਲੈਵਲ। ਠੀਕ ਆ। ਅਤੇ ਹੁਣ ਤੁਸੀਂ ਚਲੋ ਪਰਮਾਤਮਾ ਨੇ ਮਿਹਰ ਕੀਤੀ ਆ, ਮੈਂਬਰ ਪਾਰਲੀਮੈਂਟ ਬਣ ਗਏ ਹੋ, ਅਤੇ ਆਪਣੇ ਜਿਹੜੇ ਹਲਕੇ ਦੇ ਤੁਹਾਡੇ ਇੱਥੋਂ ਦੇ ਵਸਨੀਕ ਆ, ਉਹਨਾਂ ਦੀ ਨੁਮਾਇੰਦਗੀ ਕਰਨ ਵਾਸਤੇ ਜੇ ਕਿਸੇ ਨੂੰ ਕੋਈ ਜ਼ਰੂਰਤ ਆ, ਅਤੇ ਕਿਵੇਂ ਤੁਹਾਨੂੰ ਅਪਰੋਚ ਕਰ ਸਕਦੇ ਆ? ਕੀ ਉਹਦਾ ਪ੍ਰੋਸੈਸ ਹੋਣਾ ਚਾਹੀਦਾ ਜਾਂ ਹੋਏਗਾ? ਦੇਖੋ, ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੋ, ਅਤੇ ਜਿਹੜੀ ਆਪਣਾ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟਸ ਨੇ, ਉਹਦੇ ਉੱਪਰ ਵੀ ਤੁਹਾਡੀ ਕਾਂਟੈਕਟ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ ਆਲ ਦਾ ਟਾਈਮ। ਸਾਡਾ ਹੁਣ ਰਾਈਡਿੰਗ ਆਫਿਸ ਖੁੱਲ੍ਹ ਗਿਆ ਵਾ, ਦੇਖੋ ਬੜਾ ਇੱਕ ਈਜ਼ੀ ਐਕਸੈਸਿਬਲ ਜਿਹੜੀ ਹੈਗੀ ਲੋਕੇਸ਼ਨ ਆ, ਔਨ ਦ ਕਾਰਨਰ ਆਫ ਹੇਜ਼ ਵੇ ਅਤੇ 28th ਐਵੇਨਿਊ। ਸਾਡਾ ਆਫਿਸ ਜਿਹੜਾ ਖੁੱਲ੍ਹਾ ਹੈਗਾ ਮੰਡੇ ਥਰੂ ਫਰਾਈਡੇ 9:30 AM to 4:30 PM, ਐਕਸੈਪਟ ਫॉर ਸਟੈਚੂਟਰੀ ਹੋਲੀਡੇਜ਼ ਐਂਡ ਵੀਕਐਂਡਸ, ਉਦੋਂ ਅਸੀਂ ਬੰਦ ਹੁੰਦੇ ਹਾਂ। ਲਾਈਨਸ ਸਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਅਵੇਲੇਬਲ ਨੇ, ਵੈਬਸਾਈਟ 'ਤੇ ਜਿਹੜੇ ਸਾਡੀ ਈਮੇਲ ਐਡਰੈਸ ਅਵੇਲੇਬਲ ਨੇ, ਤੁਹਾਡੇ ਕੋਲ ਮੇਰੇ ਨੰਬਰ ਹੈਗੇ ਨੇ, ਡਾਇਰੈਕਟ ਹੈਗੇ ਨੇ, ਮੈਂ ਤਾਂ ਆਈ ਐਕਸੈਸਿਬਿਲਿਟੀ ਕਰਕੇ ਆ। ਔਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਭਾਵੇਂ ਕਿ ਆਫਿਸ ਸਾਡਾ ਲੇਟ ਖੁੱਲ੍ਹਿਆ, ਪਰ ਇਸ ਦੇ ਬਾਵਜੂਦ ਅਸੀਂ ਮੈਨੂੰ ਲੱਗਦਾ 400+ ਜਿਹੜਾ ਵਾ ਇਮੀਗ੍ਰੇਸ਼ਨ ਦੀਆਂ ਕੇਸਿਸ ਜਾਂ ਇਨਕੁਆਇਰੀਜ਼ ਕਰ ਚੁੱਕੇ ਹਾਂ, CRA ਦੀਆਂ ਇਨਕੁਆਇਰੀਜ਼ ਕਰ ਚੁੱਕੇ ਹਾਂ, ਜਿੰਨੇ ਵੀ ਫੈਡਰਲ ਲੈਵਲ ਦੇ ਇਸ਼ੂਜ਼ ਆਉਂਦੇ ਨੇ ਨਾ, ਅਤੇ ਅੱਗੇ ਵੀ ਇਵੇਂ ਹੀ ਚੱਲਦੇ ਰਹਾਂਗੇ ਨਾਲ। ਦੇਖੋ ਜੀ ਵਕੀਲ ਸਾਹਿਬ, ਤੁਸੀਂ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ
ਤੁਹਾਡੀਆਂ ਆਪਣੀਆਂ ਗਤੀਵਿਧੀਆਂ ਸੀਗੀਆਂ, ਜੋ ਵੀ ਕਰ ਰਹੇ ਸੀਗੇ, ਵਕਾਲਤ ਕਰ ਰਹੇ ਸੀ, ਹੋਰ ਉਹ ਤੋਂ ਪਹਿਲਾਂ ਕੰਮ ਕੀਤੇ ਤੇ ਵਕਾਲਤ ਕਰਨ ਦੇ ਬਾਅਦ ਹੁਣ ਤੁਹਾਨੂੰ ਇਹ ਜਿਹੜੀ ਆ ਮੌਕਾ ਮਿਲਿਆ ਕਿ ਜਿਹੜੇ ਤੁਹਾਡੇ ਭਾਈਚਾਰੇ ਦੇ ਤੁਹਾਡੇ ਹਲਕੇ ਦੇ ਲੋਕ ਆ ਉਹਨਾਂ ਦੀ ਨੁਮਾਇੰਦਗੀ ਕਰਨ ਦਾ, ਤੇ ਤੁਹਾਡੀ ਆਪਣੀ ਜਿਹੜੀ ਆ ਨਿੱਜੀ ਜ਼ਿੰਦਗੀ ਆ ਉਹਦੇ ਬਾਰੇ ਕੁਝ ਦੱਸੋਗੇ ਕਿ ਉਦੋਂ ਤੁਹਾਡੇ ਕੋਲ ਇੰਨਾ ਸਮਾਂ ਹੁੰਦਾ ਸੀ ਬੱਚਿਆਂ ਨਾਲ, ਪਰਿਵਾਰ ਨਾਲ, ਤੇ ਹੁਣ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਹੋ, ਹੁਣ ਤੁਸੀਂ ਪਰਿਵਾਰ ਦਾ ਮੈਂਬਰ ਹੋਣ ਦੇ ਨਾਲ ਨਾਲ ਸਾਰੇ ਜਿਹੜੇ ਤੁਹਾਡੇ ਹਲਕੇ ਦੇ ਲੋਕ ਆ ਉਹਨਾਂ ਦੇ ਵੀ ਮੈਂਬਰ ਜੇ, ਤੇ ਉਹਦੇ ਵਿੱਚੋਂ ਕਿਵੇਂ ਸਮਾਂ ਕੱਢ ਕੇ ਤੇ ਆਪਣਾ ਸੋਚ ਰਹੇ ਹੋ ਕਿ ਉਹਦਾ ਬੈਲੈਂਸ ਕਿਵੇਂ ਰੱਖਣਾ, ਬੱਚਿਆਂ ਦੇ ਨਾਲ ਟਾਈਮ ਕਿਵੇਂ ਸਪੈਂਡ ਕਰਨਾ, ਤੇ ਬਾਕੀ ਦੇ ਲੋਕ ਜਿਹੜੇ ਜਿਨ੍ਹਾਂ ਦੀਆਂ ਲੋੜਾਂ ਨੇ ਉਹਨਾਂ ਨਾਲ, ਇਹਦੇ ਬਾਰੇ ਕੁਝ ਦੱਸੋ। ਕਿਵੇਂ ਸੋਚ ਰਹੇ ਹੋ ਹੁਣ ਤੁਸੀਂ, ਅਜੇ ਤੁਹਾਡੀ ਸ਼ੁਰੂਆਤ ਹੀ ਆ, ਕਿ ਕਿਵੇਂ ਤੁਹਾਨੂੰ ਲੱਗ ਰਿਹਾ ਹੈ? ਹਾਂਜੀ ਹਾਂਜੀ, ਇਹ ਦੇਖੋ ਪਬਲਿਕ ਲਾਈਫ ਜਿਹੜੀ ਹੈ ਨਾ, ਜਦੋਂ ਪਹਿਲਾਂ ਮੈਂ ਲਾਇਰ ਸੀਗਾ ਤੇ ਆਪਣੇ ਆਵਰਸ ਅਸੀਂ ਡਿਜ਼ਾਈਨ ਕਰਦੇ ਹਾਂ ਨਾ, ਆਪਣੀ ਮਰਜ਼ੀ ਨਾਲ ਤੁਸੀਂ ਕਰ ਸਕਦੇ ਹੋ, ਪਰ ਹੁਣ ਜਦੋਂ ਪਬਲਿਕ ਲਾਈਫ 'ਚ ਆ ਜਾਂਦਾ ਬੰਦਾ, ਉਹਦੀ ਓਬਵੀਅਸਲੀ ਜਿਹੜੀ ਉਹ ਚੀਜ਼ ਨਹੀਂ ਰਹਿ ਜਾਂਦੀ, ਉਹ ਲਿਬਰਟੀ ਨਹੀਂ ਰਹਿ ਜਾਂਦੀ ਜਿਹੜੀ ਪਹਿਲਾਂ ਹੁੰਦੀ ਆ। ਪਰ ਮੈਂ ਇਸ ਦਾ ਜਿਹੜਾ ਸਾਰਾ ਕ੍ਰੈਡਿਟ ਆ ਉਹ ਆਪਣੀ ਵਾਈਫ ਨੂੰ ਦੇਣਾ ਚਾਹੁੰਦਾ ਨਾਲ, ਤੇ ਦੂਜੀ ਜਿਹੜੀ ਮੇਰੀ ਐਕਸਟੈਂਡਡ ਫੈਮਿਲੀ ਉਹਨਾਂ ਨੂੰ ਦੇਣਾ ਚਾਹੁੰਦਾ, ਜਿਨ੍ਹਾਂ ਨੇ ਕਦੀ ਵੀ ਪਿੱਠ ਨਹੀਂ ਵਿਖਾਈ, ਕੋਈ ਵੀ ਮੌਕਾ ਹੋਵੇ ਨਾਲ ਖੜ੍ਹਦੇ ਆ। ਇਹ ਨਾ ਜਿਹੜੇ ਪਬਲਿਕ ਲਾਈਫ ਹੈ ਨਾ ਜੀ, ਇਹ ਫੈਮਿਲੀ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦੀ। ਬੱਚੇ ਭਾਵੇਂ ਛੋਟੇ ਨੇ ਪਰ ਉਹਨਾਂ ਨੂੰ ਵੀ ਕ੍ਰੈਡਿਟ ਜਾਂਦਾ ਕਿ ਉਹ ਹਫਤਾ ਕੱਢ ਲੈਂਦੇ ਡੈਡੀ ਤੋਂ ਬਿਨਾਂ, ਅਤੇ ਈਵਨ ਇੱਥੇ ਆ ਕੇ ਵੀ ਜਿਹੜੀ ਉਹ ਲਾਈਫ ਨਹੀਂ ਹੈਗੀ ਆ, ਲੋਕਾਂ ਦੇ ਵਿੱਚ ਵਿਚਰਨਾ, ਸਾਰਾ ਕੁਝ ਵਿਚਰਨਾ, ਪਰਸਨਲ ਲਾਈਫ ਬਹੁਤ ਘੱਟ ਜਾਂਦੀ ਆ, ਔਰ ਫੈਮਿਲੀ ਨੂੰ ਕ੍ਰੈਡਿਟ ਬਹੁਤ ਜ਼ਿਆਦਾ ਜਾਂਦਾ ਇਸ ਕੁਐਸਚਨ ਦਾ ਕਿ ਉਹਨਾਂ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦਾ। ਹਾਂਜੀ ਠੀਕ ਹੈ ਜੀ। ਵਕੀਲ ਸਾਹਿਬ ਵੀ ਤੇ ਚਲੋ ਮੈਂਬਰ ਪਾਰਲੀਮੈਂਟ ਸਾਡੇ ਨੇ, ਜਗਸ਼ਨ ਮਾਲ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ। Looking for high quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com. ਗੋਲੀਆਂ ਲੈਂਦੇ ਰਹੋਗੇ ਜਾਂ ਪ੍ਰੋਬਲਮ ਦਾ ਕੋਈ ਹੱਲ ਵੀ ਲੱਭੋਗੇ? ਕੰਪਿਊਟਰ ਤੇ ਵੀ ਦੇਖ ਚੁੱਕਾ ਆ, 4 ਸਾਲ ਹੋ ਗਏ ਸਾਨੂੰ ਕੈਨੇਡਾ ਆਇਆਂ ਨੂੰ, 6 ਟੈਕਸ ਕੰਸਲਟੈਂਟ ਟਰਾਈ ਕਰ ਲਿਆ, ਜਿਸ ਤੋਂ ਵੀ ਕੰਮ ਕਰਵਾਇਆ ਕੋਈ ਨਾ ਕੋਈ ਗਲਤੀ ਰਹਿ ਹੀ ਜਾਂਦੀ ਆ। ਗਲਤੀ ਤਾਂ ਤੁਹਾਡੀ ਆ, ਤੁਹਾਨੂੰ ਚੇਤਾ ਨਹੀਂ ਤੁਹਾਡੇ ਭਰਾ ਨੇ ਕੀ ਕਿਹਾ ਸੀ? ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ, ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. KP Accounting and Tax Services provides best results for tax preparation, bookkeepers, payroll, GST return, business advisory, and best specialist tax consultant in Edmonton. Contact KP Accounting and Tax Services, 913335 Avenue Northwest, Edmonton, Alberta. Phone number 780-469-2677. ਗ੍ਰੇਟਰ ਐਡਮੰਟਨ ਰੀਜਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੈ, ਲਾਟ ਲੈ ਕੇ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਹੈ, ਕਿਸੇ ਵੀ ਬਿਲਡਰ ਤੋਂ ਘਰ ਬੁੱਕ ਕਰਾਉਣਾ ਹੈ ਜਾਂ ਫਿਰ ਮਾਰਗੇਜ ਲੈਣ ਵਿੱਚ ਕੋਈ ਸਮੱਸਿਆ ਹੈ ਤਾਂ ਆਪਣੀ ਕਮਿਊਨਿਟੀ ਦੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੀਅਲ ਏਸਟੇਟ ਏਜੰਟ ਹਰਜੀਤ ਸੰਧੂ ਨਾਲ 7802333100 ਤੇ ਸੰਪਰਕ ਕਰੋ। Your real estate connection, harjeetsandhu.com. Harjeet Sandhu, an award winner realtor, is great detail-oriented communicator, problem solver who will do the best for you for his negotiation skills in your favor. Opening doors to your dream house, so call Harjeet Sandhu to make dream come true. Contact Harjeet Sandhu with Maxwell Polaris. Make it happen. Dream it. Plan it. Work it. Get the best results with Harjeet Sandhu. ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬੈਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ
we are always at your service. You can call me anytime. My phone number is 7804664660. ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾਓ। ਸੱਥਾਂ ਤੋਂ ਸ਼ੁਰੂ ਹੁੰਦੇ ਨੇ। ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡਾ ਆਪਣਾ ਰੀਅਲਟਰ ਹਰਜੀਤ ਸੰਧੂ, ਮੈਕਸਵੈਲ ਪਲੇਅਰਸ ਰੀਅਲਟੀ ਦੇ ਨਾਲ, ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਬਹੁਤ ਹੀ ਬਿਊਟੀਫੁਲ ਬੰਗਲੋ 158 ਬਲੈਕਬਰਨ ਡਰਾਈਵ ਅੱਜ ਅਫੀਸ਼ੀਅਲੀ ਸੋਲਡ ਹੋ ਗਿਆ ਹੈ। ਜੇ ਤੁਸੀਂ ਵੀ ਆਪਣੇ ਘਰ ਦੇ ਉੱਪਰ ਸੋਲਡ ਸਾਈਨ ਦਾ ਸਟicker ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰੋ 7802333100। ਥੈਂਕ ਯੂ। Hello friends, my name is Harjeet Sandhu. I'm a realtor with the Maxwell Polaris, and I have just listed this 8.85 acres of highway commercial land right in the town of Lamont, Alberta. This land is fully serviced, and about 3 acres of this land is fully fenced and gravelled. And this land has easy access to Highway 15 and also has access to Alberta's industrial heartland. About this land, if you have any questions, give me a call 780-233-3100. Thank you. Welcome to Mom Memory, your trusted partner for premium bulk products. Located in Alberta, Canada, Mom Memory connects you to a world of high quality, affordable products directly sourced from trusted manufacturers and wholesalers. Whether you're shopping for personal use or B2B needs, we're here to ensure a seamless and efficient supply chain experience. Tech essentials, micro SD cards, flash drives, SSDs, consumer electronics, cell phone accessories, USB chargers, cables, card readers, memory cards, laptop stands, and phones, lifestyle products, perfumes, coffee filters, and premium coffee. As an authorized seller of Snesh, we guarantee authentic products that deliver performance and reliability. Why choose Mom Memory? Exceptional quality, we handpick every product to meet your high standards, customer commitment. Your satisfaction is our priority. Shop confidently with a trusted partner. To match the sizes that are on site, to match the hinge locations, the lock locations, so that the fit up is easy, and it makes it easier for the installer to put the doors into existing jams that are on the houses already. I love Edmonton. I want to stay in Edmonton, and we want to help the community and plus Canadian stuff. But definitely we're getting bigger out there, and this is kind of our niche to do these custom projects and make everything look fancy. Lots of people love it. People said, oh, that's why name is Fancy Doors. ਵੈਲਕਮ ਟੂ ਮਹਾਰਾਜਾ ਬੈਂਕੁਏਟ ਹਾਲ। ਜੇਕਰ ਤੁਸੀਂ ਵੈਡਿੰਗਸ, ਰਿਸੈਪਸ਼ਨਸ, ਬਰਥਡੇ ਪਾਰਟੀਜ਼, ਲੇਡੀਜ਼ ਸੰਗੀਤ, ਕਾਰਪੋਰੇਟ ਇਵੈਂਟਸ, ਬਿਜ਼ਨਸ ਲੰਚ, ਹੌਲੀਡੇ ਪਾਰਟੀਜ਼, ਗ੍ਰੈਜੂਏਸ਼ਨ ਪਾਰਟੀਜ਼ ਜਾਂ ਕਿਸੇ ਕਲਚਰਲ ਇਵੈਂਟ ਲਈ ਕਿਸੇ ਵਧੀਆ ਬੈਂਕੁਏਟ ਹਾਲ ਦੀ ਤਲਾਸ਼ ਵਿੱਚ ਹੋ ਤਾਂ ਤਾਰਕ ਚੌਧਰੀ ਹੁਣਾਂ ਵੱਲੋਂ ਖੋਲ੍ਹੇ ਗਏ ਮਹਾਰਾਜਾ ਬੈਂਕੁਏਟ ਹਾਲ 'ਤੇ ਪਹੁੰਚੋ। ਤਾਰਕ ਚੌਧਰੀ ਹੁਣੀ ਤੁਹਾਡੇ ਲਈ ਡੀਜੇ ਅਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਨ। Maharaja Banquet Hall also has nice dance floors, live food stations, cocktail bar, guest lounge and plenty of parking. ਆਪਣੇ ਅਗਲੇ ਈਵੈਂਟ ਨੂੰ ਯਾਦਗਾਰ ਬਣਾਉਣ ਲਈ ਸੰਪਰਕ ਕਰੋ ਤਾਰਕ ਚੌਧਰੀ ਹੁਣਾਂ ਨਾਲ 7806957200 780 695 7200। ਪਤਾ 9257 34A Avenue, Edmonton. Maharaja Banquet Hall.
ਵਫਾ ਦੇ ਵਾਅਦੇ ਇਹ ਅਹਿਦ ਇਰਾਦੇ ਰਹੀ ਨਾ ਸ਼ਿੱਦਤ ਤਾਂ ਫੇਰ ਕਾਦੇ ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ ਤੂੰ ਸ਼ਿੱਦਤਾਂ ਦੇ ਅਧੀਨ ਰੱਖੀ ਬੁਰੇ ਦਿਨਾਂ ਤੋਂ ਡਰੀ ਨਾ ਪਾਤਰ ਭਲੇ ਦਿਨਾਂ ਨੂੰ ਲਿਆਉਣ ਖਾਤਰ ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ ਨਜ਼ਰ 'ਚ ਸੁਪਨੇ ਹਸੀਨ ਰੱਖੀ ਆਈ ਪਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤਿਓਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੁਰਜੀਤ ਪਾਤਰ ਸਾਹਿਬ ਦੀ ਇਸ ਗਜ਼ਲ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹਾਂਗਾ। ਜਾਂਦੇ ਜਾਂਦੇ ਰਾਮਲੀਲਾ ਕਰਵਾਈ ਗਈ ਐਡਮਿੰਟਨ ਸ਼ਹਿਰ ਦੇ ਵਿੱਚ ਉਸ ਦੇ ਕੁਝ ਇੱਕ ਅੰਸ਼ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਆਗਿਆ ਚਾਹਾਂਗਾ, ਅਗਲੇ ਹਫਤੇ ਫਿਰ ਮਿਲਦੇ ਹਾਂ। ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰਾਖਾ। Wadhan TV present the news with the help of Lot Binder, Harjeet Sandhu, Uday Nayak, Bernadette Young, Sunil Kalia. Bharatiya Cultural Society of Alberta organized a Ram Leela event on Saturday, October 4, 2025, which was followed by Dussehra celebrations on Sunday, October 5. The event featured a live Ram Leela performance, followed by the Ravan Dahan and fireworks on Sunday. Ram Leela is a dramatic reenactment of the Hindu epic Ramayana that takes place over several days during the Navratri festival, leading up to Dussehra. Dussehra is the festival commemorating the triumph of good over evil, which is symbolized by Lord Rama's victory over the demon king Ravana. The significance of both is the celebration of Dharma and the fostering of unity, with Ram Leela providing a cultural medium to educate, entertain, and bring communities together for this important event. Ram Leela serves as a powerful way to teach the story of the Ramayana, its values, and moral lessons to diverse communities. The performances bring people together to witness the events of the epic, fostering a sense of community and shared cultural heritage. By highlighting the victory of righteousness over wickedness, Ram Leela reinforces the idea of triumphing over evil in all aspects of life. The central theme of Dussehra, or Vijayadashami, is the victory of Lord Rama over the demon Ravana, a symbol of good defeating evil. The burning of large, colorful effigies of Ravana and his relatives on Dussehra Day marks the climax of the Ram Leela performances. Wadhan TV brings a detailed report. नमस्कार गंगवानी जी और आपके द्वारा वतन टीवी के सभी सुनने वाले दर्शकों को भी मेरा प्रणाम। जैसा कि आप जानते हैं, आज भारतीय कल्चर मंदिर में रामलीला का आयोजन होने जा रहा है। लगभग 20 वर्ष से आयोजन हो रहा है भगवान राम की लीलाओं का। क्या है राम में? करोड़ों वर्षों से, त्रेता युग से, न जाने कितने त्रेता युग से आज तक वही राम कथा चली आ रही है। क्यों? कथा तो बहुत साधारण सी है। एक राजकुमार था, वो वन चले गए, उनकी पत्नी का हरण हो गया, युद्ध हो गया। लगने को तो साधारण सी बात लगती है, लेकिन इस साधारण सी कथा में ही असाधारण व्यक्तित्व छुपा हुआ है भगवान श्री राम का। रामो विग्रहवान धर्मा, ये फैलती चली गई कथा, भारत से लेके साउथ ईस्ट एशिया तक पहुंची। और मैं खुद राम कथा का बहुत बड़ा समर्थक भी हूं और उसको जानना भी चाहता हूं। मैं जावा भी गया, सुमाट्रा भी गया, वहाँ की भी मैंने सारी रामलीलाएं देखी और भारत में बनारस की तो देखी। तो क्या है राम में? कहा है हरि अनंत हरि कथा अनंता। जो जैसे राम को देखता है राम उसके वैसे ही हो जाते हैं। एक बार आप सोचिए, आज के समय में भी किसी का सुबह राज तिलक होने वाला हो और उसे वनवास भेज दिया जाए, क्या वो जाएगा? क्या वो विद्रोह नहीं कर देगा? लेकिन रामचंद्र जी ने अपने पिता के आगे मुंह उठाकर भी नहीं देखा। हमारी संस्कृति है पिता का सम्मान, पिता कुछ भी कहे पिता के आगे बोलना नहीं, प्रत्युत्तर नहीं देना, ये हमारी संस्कृति का लक्षण माना जाता है। तो राम के वो जो गुण हैं वो आते चले गए। राम जी ने कभी भी सत्य के मार्ग को नहीं छोड़ा। राम ने जो किया वो धर्म बन गया, ना कि राम ने धर्म के अनुसार चले, अपितु राम जैसे चले वो धर्म बन गया। वही धर्म आज हमारे बीच है। अधर्म का प्रतीक रावण, धर्म के प्रतीक राम चलते चले गए सदियों तक। अनेकों कथाएं जोड़ी गई पूरे भारत के उसमें, लेकिन वाल्मीकि जी ने जो राम कथा कही वैसी न भूतो न भविष्यति न होगी न हो पाएगी। समय मेरे पास बहुत कम है इस समय वीडियो पर, लेकिन बताना बहुत कुछ चाहता हूँ कि अग्नि परीक्षा को लेकर राम जी को बहुत से प्रश्न उठते हैं कि सीता जी की अग्नि परीक्षा ली। आप अपने धर्म को पढ़िए, रामायण को पढ़िए, अग्नि परीक्षा नहीं ली। पति और पत्नी का
विवाह होते समय जो योजक नाम की अग्नि स्थापित होती है वो तभी तक रहती है जब तक पत्नी रहती है। अगर पत्नी ना हो तो एक दिन भी पुरुष यज्ञ नहीं कर सकता अग्नि में। रामचंद्र जी तो धर्मावतार थे, तो सीता जी का हरण होती अग्नि शांत हो गई, और जैसे ही सीता जी आई वो अग्नि फिर प्रकट हो गई, ये उसका अर्थ था। तो आज की जो हमारी कथा है वो जटायु के ऊपर है। देखिए, जटायु और भीष्म पितामह की कई बार तुलना की गई है। भीष्म पितामह अंतकाल में भगवान उनके सम्मुख थे, और जटायु जी के सामने भी अंतकाल में भगवान राम थे, दोनों के सामने थे। भगवान राम ने अपने पिता का दाह संस्कार नहीं किया, जटायु का किया, जटायु को पिता समझ के किया। धर्मराज सभा में द्रौपदी की लाज नहीं रख सके, लेकिन जटायु ने ये जानते हुए भी कि मैं हार जाऊंगा रावण से, संघर्ष किया, युद्ध किया और अपने प्राण दे दिए। इसलिए भगवान ने जटायु को अपने हाथ से अग्नि दी। तो ऐसी राम कथा है, अनंत है, आने वाली पीढ़ियों तक रहेगी। हम नहीं रहेंगे, आप ना रहेंगे, हम ना रहेंगे, तुम ना रहोगे, फिर भी रहेंगी राम की कहानियाँ। तो बहुत बहुत धन्यवाद आपका गंगवानी जी, राम कथा पे थोड़ा सा मुझे समय देने के लिए। जय श्री राम। बोल सियापति रामचंद्र की जय। वतन टीवी के द्वारा जुड़े सभी दर्शकों को प्रणाम। शीघ्र ही श्री गणेश का नाम लेकर हम अपनी 20th रामलीला भारतीय कल्चरल सोसाइटी ऑफ अल्बर्टा में शुरू करने वाले हैं। आज की कथा 6 बजे से 10 बजे तक चलेगी, और कल सुबह 11 बजे से रिमेनिंग कथा, और फिर दशहरे का महोत्सव भारतीय कल्चरल सोसाइटी ऑफ अल्बर्टा में मनाया जाएगा। धन्यवाद है हम सभी स्पॉन्सर्स का, डिवोटीज़ का, और हमारे उन वॉलंटियर्स का जो कि पिछले 2 महीने से हमारी हेल्प कर रहे हैं, यहाँ पर राम कथा का गुणगान करने के लिए निरंतर प्रैक्टिस कर रहे हैं, समय निकाल रहे हैं अपने कार्य से, अपनी फैमिली से, ताकि श्री राम की ये कथा एक सुंदर रूप से सभी एडमिंटन वासियों तक और इंटरनेट के द्वारा विश्व में हर जगह ये कथा पहुँचे। धन्यवाद। यही प्रार्थना बजरंग बली से कि हमें इतना बल प्रदान करे कि ये कथा हम सुंदर रूप से आपको आपके सामने प्रेजेंट कर पाएँ। धन्यवाद। जय श्री राम। बोल सियावर रामचंद्र भगवान की जय। बोल हनुमान जी महाराज की जय। भारतीय कल्चरल सोसाइटी ऑफ अल्बर्टा हिंदू मंदिर एक बार फिर से लेकर आ रहा है रामलीला। रामलीला आपके मंदिर में पिछले 20 वर्षों से अरविंद एरी जी और उनकी पूरी टीम बहुत ही खूबी से निभाती आ रही है, और इस साल सैटरडे
अक्टूबर 4 को रामलीला आपके मंदिर में, और संडे अक्टूबर 5 को सुबह दशहरा समारोह बनाया जाएगा। धन्यवाद सभी वॉलंटियर्स का, सभी आर्टिस्ट का, सभी जो स्टेज के ऊपर आके और जो बैक स्टेज हेल्प करते हैं निरंतर पिछले 2 महीनों से, वो बहुत बहुत मेहनत कर रहे हैं। तो आप प्लीज़ इस रामलीला में, इस दशहरे के पर्व पर आएँ। इन सभी कलाकारों को आप एनकरेज करें, इनको क्लैप करें और इनको देखें कि कितना सुंदर ये वेस्टर्न कनाडा में इकलौता ऐसा मंदिर है जो इस लेवल की रामलीला और दशहरा भक्तों के लिए अरेंज करता है। मैं रिक्वेस्ट करूंगा चंदर जी से इस रामलीला और दशहरे के बारे में 2 शब्द। आप सबको दशहरे की, विजयदशमी की बहुत बहुत शुभकामनाएं। हम धन्यवाद करते हैं अरविंद एरी जी का, जो पिछले 20 साल से लगातार रामलीला आपके मंदिर के लिए पेश करते हैं। भारत सारे कनाडा में एक ही जगह है जहाँ पर ये रामलीला होती है, तो आइए और एंजॉय कीजिए। कुछ ही क्षणों में ये रामलीला प्रारंभ होने वाली है। धन्यवाद आप सबका, और वतन टीवी के अशोक गंगवानी जी का बहुत बहुत धन्यवाद जो हर कवरेज करते हैं मंदिर में। धन्यवाद। जय श्री राम। जैसे कि हमारे रिस्पेक्टेड बोर्ड मेंबर्स ने और अरविंद एरी जी ने विस्तारपूर्वक आपको रामलीला के बारे में बताया, आई जस्ट वांट टू रिमाइंड आवर व्यूअर्स के भारतीय कल्चर सोसाइटी ऑफ अल्बर्टा हिंदू मंदिर एकमात्र ऐसा मंदिर है जो नॉर्थ अमेरिका में सिर्फ और सिर्फ बड़े लेवल पर पिछले 20 साल से राम भगवान पर आधारित रामलीला करते आ रहे हैं। There's a lot of dedication and courage and lot of sweat and blood behind the scene. It's pure dedication towards Arvind Eri and his entire team. बहुत बहुत बधाई देना चाहते हैं पूरी टीम को, अरविंद जी को एक बार फिर से। प्रभु जी से प्रार्थना करते हैं कि हमें ऐसा ही करेज और ऐसी अपनी आशीर्वाद हम पर बनाए रखे। आने वाले हज़ारों सालों में भगवान राम की लीला हम घर घर तक पहुंचाते रहे। तो इसके लिए मैं वतन टीवी का बहुत बहुत धन्यवाद करना चाहता हूं, सभी स्पॉन्सर्स का। जय श्री राम। पिछले कई वर्षों से प्रफुल्ल भाई और उनके सहयोगी बहुत ही सुंदर मंदिर की डेकोरेशन करते हैं, और जब भी दशहरे रामलीला का पर्व आता है तो तकरीबन इस साल भी 25 से 30 फुट ऊंचा प्रफुल्ल भाई हमारे रावण बनाते हैं, जिसको हम कल रावण दहन करेंगे। तो धन्यवाद प्रफुल्ल भाई आपका और आपके सभी सहयोगियों का जो आपको मदद करते हैं, जो आपके डायरेक्शन अनुसार रावण बनाते हैं। तो धन्यवाद आपका और आपके सभी वॉलंटियर टीम का। स्पेशल धन्यवाद प्रफुल्ल जी, सभी बोर्ड मेंबर्स की तरफ से, प्रधान जी की तरफ से और अरविंद जी की तरफ से बहुत बहुत धन्यवाद। We welcome all the devotees to the Bharatiya Cultural Society of Alberta on the Ramleela program. Also, this is today, Saturday, we have from 6 to 10 o'clock, and tomorrow Dasara from 11 o'clock onwards. And our board member Arvind Eri has spent a lot of time and devotions on this program, and he and his team has dedicated a lot of hours. We wish all the best on this program. We are welcoming all the devotees to come to BCSA. Thank you. Jai Shri Ram. Immense contributions of our Hindu community to this great nation of Canada. So thank you very much, and I greatly appreciate again being able to be invited back to take part tonight. Thank you. Please a big round of applause for Timpa ji. And also I would like to thank Pankaj ji also for arranging Timpa ji's visit. Thank you Timpa ji. So we'll be looking forward seeing you tomorrow also in the morning for the Dashera celebration. If you have time, kindly do visit. And as we mentioned a while back, as you know, like municipal elections are going to be are coming up very soon, and we have among us our own councillor Karen Tang. So please give her a big round of applause and welcome Karen Tang. She's a big community leader. She's a big supporter to this temple also. As you all know, like we are in the process of expanding this building temple, Mandir building, and she's very instrumental. She's very inclined, and she's helping us a lot in getting our process through the city permitting process speed up. Happy to share everyone. Every year I come to Ramlila, I learn so much more about the community, the culture, and you have been a wonderful community partner to work together. And I look forward to continue to support the work you do so that we can build the communities here in Southeast Edmonton in Warragata Hill. Thank you again for having me. Everyone, I just wanted to say thank you for letting me be a small part of this. It's been incredible to experience this for my first time actually. So I represent the West End, so
It's been wonderful to get across the city and have this chance to connect with all of you. So thank you very much for letting me be part of this. Thank you for coming out tonight, and look forward to connecting with you over the coming weeks and hopefully many years ahead. Thank you very much. अपना उसका वध किया रावण का, we all know that history. But what was mesmerizing for me especially is the performance of these kids. जो Canadian born है, उनकी language के ऊपर command, उनकी जो art थी, that is really commendable. So I would want to say कि मेरी request है सभी से कि उनके लिए एक round of applause बनता है सारे की तरफ, please. Thank you so very much. तो please इसको enjoy करें और इससे जो आपका lesson मिलता है, let's take that home. तो एक और announcement मैं करनी चाह रहा हूँ क्योंकि this was a new writing. तो ऑफिस हमारा सेटअप हो चुका है, किसी को भी एमपी के रिगार्डिंग कोई इंक्वायरीज वगैरह करनी है, कोई इश्यूज रहते हैं ना, तो हमारा ऑफिस ओपन हो गया है। ये वो प्रोफेशनल बिल्डिंग जो है ना 28th एवेन्यू के ऊपर एंड हेसवे के ऊपर, तो कोई भी साउथ ईस्ट में रहता है वो प्लीज़ डू कम टू अस, तो वी विल बी देयर टू हेल्प यू गाइस आउट। टाइमिंग हमारी है मंडे थ्रू फ्राइडे 9:30 to 4:30, सो प्लीज़ डू विजिट अवर ऑफिस इन केस ऑफ एनी नीड और हेल्प। थैंक यू सो मच। Thank you, Honorable. Today we are here at our Bharati Culture Society temple. Today we are celebrating the Dussehra and Ravadhan, and just as our two MLAs here, Mr. Krishnagiri and Mr. Prat, I would like to say they would like to address our Indian community. Absolutely. Happy Dussehra to everyone, and a huge thank you and congratulations to Bharatiya Cultural Society of Alberta. Yeah, last night the Ram Leela play was the 20th year, and every year it gets better and more elaborate. The actors and performers, the musicians are phenomenal, and it takes so much time and effort to coordinate and to direct. So a huge thank you to everybody who was a part of it. I understand that building was full to the rafters. There were so many people. So congratulations and thank you to the sponsors and everyone involved. And I know that today is going to be an amazing triumph of good over evil with a huge community gathering again. And as the MLA from Millwoods, I'm really pleased to be here with my colleague Gurtej from Ellerslie, and also my colleague Jasveer Deol from Meadows was here with us. We got the chance to address everyone and give our best wishes. ਦੁਸਹਿਰੇ ਦੇ ਤਿਉਹਾਰ ਦੀਆਂ ਤੁਹਾਨੂੰ ਸਾਰੇ ਹੀ ਮੰਦਰ ਦੀ ਕਮੇਟੀ ਨੂੰ ਤੇ ਸਾਰੇ ਹੀ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇੱਥੇ ਜਿਹੜਾ ਅੱਜ ਦਿਨ ਮਨਾ ਰਹੇ ਆ, ਇੱਥੇ ਇੱਕ ਬਹੁਤ ਖੂਬਸੂਰਤ ਗੱਲ ਜਿਹੜੀ ਸਾਨੂੰ ਸਿੱਖਣ ਨੂੰ ਮਿਲਦੀ ਆ ਕਿ ਸੱਚ ਦੇ ਪਾਸੇ ਹੀ ਖੜਨਾ ਚਾਹੀਦਾ, ਚਾਹੇ ਮੁਸ਼ਕਲਾਂ ਜਿੰਨੀਆਂ ਮਰਜ਼ੀ ਹੋਣ, ਤੇ ਦੂਜੇ ਪਾਸੇ ਗਿਆਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਨਹੀਂ ਹੁੰਦੀ। ਗਿਆਨ ਪ੍ਰਾਪਤ ਕੀਤਾ ਜਾ ਸਕਦਾ, ਪਰ ਉਹਦਾ ਕਈ ਵਾਰੀ ਹੰਕਾਰ ਆ ਜਿਹੜਾ ਤੁਹਾਨੂੰ ਲੈ ਕੇ ਬੈਠ ਜਾਂਦਾ। ਸੋ ਇਸ ਕਰਕੇ ਜਿਹੜਾ ਅੱਜ ਦਾ ਤਿਉਹਾਰ ਆ ਉਹ ਨੇਕੀ ਦੇ ਉੱਤੇ ਬਦੀ ਦੇ ਉੱਤੇ ਜਿਹੜਾ ਨੇਕੀ ਦੀ ਜਿੱਤ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ, ਕਿਉਂਕਿ ਇਹਦੇ ਵਿੱਚ ਜਿੱਥੋਂ ਰਾਮ ਹਮੇਸ਼ਾ ਸੱਚ ਵਾਲੇ ਪਾਸੇ ਖੜੇ ਰਹੇ ਤੇ ਰਾਵਣ ਬਹੁਤ ਵੱਡਾ ਗਿਆਨੀ ਹੋਣ ਦੇ ਬਾਵਜੂਦ ਵੀ ਇਸ ਜੰਗ ਨੂੰ ਹਾਰ ਗਿਆ। ਤੇ ਇਸ ਕਰਕੇ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। 20ਵਾਂ ਦੁਸਹਿਰਾ ਮਨਾਇਆ ਜਾ ਰਿਹਾ। ਸਾਡੀ ਜਿਹੜੀ ਭਾਰਤੀ ਜਿਹੜੀ ਸਾਡੀ ਕਮੇਟੀ ਆ, ਇਹ ਇੱਕ ਬਹੁਤ ਕਮਾਲ ਦਾ ਕੰਮ ਕਰ ਰਹੀ ਹੈ। ਇਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਵਲੰਟੀਅਰ ਦਾ ਬਹੁਤ ਵੱਡਾ ਯੋਗਦਾਨ ਆ। ਸੋ ਸਾਰੇ ਭਗਤਾਂ ਨੂੰ ਤੇ ਮੰਦਰ ਦੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਬਹੁਤ ਬਹੁਤ ਧੰਨਵਾਦ। बहुत बहुत आभार आप दोनों का कि इस भारतीय हमेशा आप दोनों जब भी कोई भारतीय संस्कृति से रिलेटेड कोई प्रोग्राम होता है, हम सदैव आपको वहाँ पाते हैं कि आप हम लोगों के कल्चर को इस तरीके से प्रमोट करते हैं। थैंक यू। थैंक यू। नमस्कार। आज बहुत ही अवभाग्य है हमारे सबके कि आज हम लोग को मौका मिला है यहाँ भारतीय कल्चरल सोसाइटी में आने का, और आज जो स्पेशल जो ख़ास कार्यक्रम है यहाँ पे आज रामलीला की जा रही है, जो कि यहाँ पिछले 20 साल से लगातार होती है, और अपने आप ही एक बहुत ही इसका आनंद मिलता है। और आप देखेंगे जैसे हमारे जो डिवोटीज़ हैं वो लगातार आते जा रहे हैं मंदिर में। आज हम यहाँ हमारे साथ जो राकेश जी हैं, जो उनसे पूछेंगे कि इनकी सिग्निफिकेंस क्या है, कम्युनिटी के लिए इसकी सिग्निफिकेंस क्या है, और अपनी तरफ से कुछ कहना चाहेंगे आज के इतने शानदार पर्व के बारे में। थैंक यू वतन टीवी जी। और मैं सब एडमिंटन डिवोटीज़, और एक्चुअली दिस फेस्टिवल इज़ फॉर द होल कम्युनिटी, is not only for Hindus, it's for the everybody, anybody who is of any religious faith. They can come and see it. This is basically the
the victory of the light on the darkness, good over the bad, and the God Rama come to us to show us how to lead our life, how to, when there is a despair, or how to have an ideal life, come and enjoy. There is a lot of, these things happens over a long time. We prepare it for almost 2-3 months. A lot of people work very hard, and we expect a lot of people come around 5,000-6,000 maybe, and they come and enjoy it. This is basically to let the people see what was the Rama's life and how the new generation can learn from it, because we are so away from our hometowns, like it is plays in many countries, especially in India, maybe even in Nepal, Sri Lanka, anywhere where the Hindus are, there's a lot of this Ramleelas are played, but this Ramleela, 20 years ago when we saw it, there is nothing which we can give to the new upcoming generation, because they are born up here. They may be out of touch with what we celebrate. Why is it celebrate? And in this, the what we have these days, there is so much negativity. This will just help you to be positive, calm, and having a good life, and just come and enjoy it. दिया हुआ ये राज दरबार है, धन है, संपदा है, रत्नों से भरा अतुट भंडार है। प्रत्येक छोटा बड़ा मेरे आज्ञा का पालन करता है, फिर भी मेरे मन को शांति नहीं है। ये सुख, ये वैभव मेरे हृदय को बेचैन करते हैं। मेरे विचारों में भगदड़ सी मची हुई है। जो नहीं संतान को ये संपदा किस काम की, जो नहीं संतान को जिच्छा नहीं धनदान की, जब भोगने वाला ही नहीं तो ये संपदा किस काम की। आँख है मौजूद लेकिन आँखों का तारा नहीं, दिल हुआ बेकरार, कोई दिल का प्यारा नहीं, कोई दिल का प्यारा नहीं। महाराज, आप इतने चिंतित क्यों हैं? मंत्री जी, क्या बताऊं, संतान की चिंता चिंगारी के समान मेरे हृदय को जला रही है। मेरा क्या भरोसा, मैं कब इस जहान से कूच कर जाऊं। लगता है मेरे बाद ये सूर्यवंश का नाम ही समाप्त हो जाएगा। चमकता था जगत में
आज तक भूषण रघुकुल का बना अफसोस मैं ही, नाश का कारण रघुकुल का। महाराज, आप ऋषि विशिष्ट जी से क्यों नहीं सलाह लेते? गुरुवर, मुझे मार्गदर्शन कीजिए गुरुवर। हे राजन, तो आप शीघ्र ही श्री श्रृंगी ऋषि जी को बुलवाइए, वे ही आपकी चिंता का समाधान करेंगे। मंत्री जी, आप शीघ्र जाइए और श्रृंगी ऋषि जी को आदर समेत लेके आइए। सबको ये पैगाम घर घर गौरी, धन में अवध में राम मंगल गौरी। कौशल्या रानी को सब दो बधाई, आई रे आई घड़ी शुभ ये आई, मिलके चलो रघुधाम संग मेरे औरी, मिलके चलो रघुधाम संग मेरे औरी, धन में अवध में राम मंगल गौरी। आज्ञा पाकर आपकी चाहता हूँ महाराज, आशीर्वाद से आपके पूर्ण हो सारे काम, लाज आज रखना मेरी, शरणागत प्रतिपाल, तेरा ही बल है मुझ में, हे प्रभु दीन दयाल। तुम उठो जय हो, तुम उठो जय हो, तुम उठो सिया श्रृंगार करो, अरे धनुष राम ने तोड़ा है, तुम उठो सिया श्रृंगार करो, राजविलास। और दूसरे में राम को 14 वर्ष का वनवास। तुझ पर भी और मुझ पर भी धिक्कार है। क्यों राजा साहब, कौन हारा है कि नहीं? हाथ पे हाथ मारा है। तुम बहुत बोले हो, आज के बाद तुम्हारे जीवन में कोई कष्ट नहीं आएगा, क्योंकि तुम एक राजा के योग्य हो।
धनुष तोड़ कर लाए थे वही मेरे रखवाले हैं। रावण के सामने जो बोल सके है ये किसकी मजाल? समझ ले, ये सीता का हरण नहीं बल्कि तेरा काम है। काल कहती है मेरा, काल आप सकता नहीं। आज तेरे फंदे से सीधे तुझे कोई बचा सकता नहीं। जय शंकर। लक्ष्मण, क्यों इसको लिए जा रहा है? इसको सता के तुझे कहां संतोष मिलेगा? नहीं मानता दशानन, पापी को परिहित में कहां आनंद आता है? वह तो अपने स्वार्थ में ही डूब के मर जाता है। नारी तभी संतोष पाता है जब वह किसी के सहायता के लिए अपने प्राण की बलि चढ़ाता है। जाकर अपना काम कर। क्यों अपने प्राण को आता है? ओ दशानन, मैं तेरे को कहता हूं कि तू श्री जानकी को छोड़ दे और यहां से चला जा। चल, पहले तुझे ही देखता हूं। छोड़ के ना जाएगा तो ले जाने भी नहीं पाएगा। करूंगा इसकी रक्षा में, आपसे कुश्ती लड़ूंगा मैं। धर्म के हित के लिए सीता को तुझे ना ले जाने दूंगा मैं। ये तो अभी तक मैं भाई समझ के इसी की कुशलता की कामना कर रहा था, लेकिन ये तो मुझे ही मारने पे लगा है। हे राम, मैं बताता हूँ कैसे मरेगा दशानन। इसने अपने सर को कमल रूपी उतार उतार के शिव जी की तपस्या करी है और घोर तपस्या के बाद त्रिपुरी से अमरता का व्रत प्राप्त किया है। इसलिए तो इसके सर कट कट के पुनः उगाते हैं। इसकी नाभि में अमृत है। आप इसकी नाभि पे तीर चलाकर अमृत सुखा दीजिए, तभी मरेगा ये। घर का बेदी लंका ढाए, विश्वास का तीर। एकनाथ खिंदर जी ठीक कहता था कि जब आपने भविष्य को धक्के मारकर महलों से बाहर निकाला था, अगर उसी समय खत्म कर दिया होता तो आज लंका का इतिहास कुछ और होता। नाभि में तीर मारिए, नाभि पे। बाजी का छिपकर वध करने वाले हो राम, हो मेरे भाई के सहारे मेरा भेंट जानने वाले हो राम। रावण मर जाएगा, मिट जाएगा, किंतु तुम्हारे आगे झुकेगा नहीं। रावण जैसा अंतर्यामी ना तो इस पृथ्वी पर आज तक आया है और ना आगे कभी आएगा। दिया गया होगा कि ड्राई कंडीशंस होने के कारण सिटी ने फायरवर्क का जो परमिट है वो रेडी था, पर वो हमें इश्यू नहीं किया है। तो हमारे जो फायरवर्क स्पेशलिस्ट हैं, दे ब्रॉट द स्मोक पम्प जस्ट टू कंप्लाई विद ऑल द सिटी रेगुलेशंस। आई होप आपने पूरा जो शो है इसको एंजॉय किया है और ये हमारा कर्तव्य है कि जो सिटी ने हमें इंस्ट्रक्शन दी, वी हैव टू फॉलो दैट। तो कृपया एक बार जयकारा लगाइए, बोल सियापति रामचंद्र भगवान की। और सिटी ने भी पूरा भरोसा दिया है कि
दिवाली तक अगर ये ड्राई कंडीशंस खत्म हुई तो दिवाली को फायरवर्क हमें जरूर मिल जाएगा। जैसे भी जो भी सिटी के दिशा निर्देश होंगे वो हम फेसबुक के द्वारा, अपनी वेबसाइट के द्वारा आपको बता देंगे। पर इस समय ड्राई कंडीशंस होने के कारण सिटी ने अपना फायरवर्क परमिट जो पुल कर लिया है। दैट्स व्हाई जो हमारे फायरवर्क स्पेशलिस्ट जो भी कंडीशन थी उसके मुताबिक वो स्मोक बॉम्ब्स लेकर आए हैं ताकि किसी भी प्रकार की यहाँ पर हानि ना हो। आशा है कि आप इसमें भी हमारा सहयोग देंगे, तो कृपया जयकारे लगाते रहिए। शीघ्र ही रावण का पुतला नीचे गिर जाएगा। कोई भी रावण की लकड़ी को ले जाने की कोशिश ना करे क्योंकि ये अलाउड नहीं है। रावण को पूरी तरह शांत कर ही हम उसके पास आ पाएंगे। बोल सियापति रामचंद्र भगवान की, लक्ष्मण जी महाराज की, बजरंग बली की। अब हनुमान जी जाएंगे और सीता माता को यहाँ पर लेकर आएंगे। उसके बाद यहाँ पर आरती होगी और पूरा रामचंद्र पर बैठा होगा। आप उनके साथ आपसे रिक्वेस्ट करते हैं कि आइए पिक्चर लीजिए और सोशल मीडिया पर आप लोग कीजिए। पता लगे कि नॉर्थ इंडिया में भी, नॉर्थ अमेरिका में भी एक जगह है एडमिंटन, जहाँ पर की 20 सालों से ये रामलीला हो रही है। और भारतीय कल्चरल सोसाइटी ऑफ अल्बर्टा एकमात्र हिंदू मंदिर नॉर्थ अमेरिका का जो कि बड़े गर्व से 20-30 सालों से रामलीला और दशहरे का मंचन कर रहा है। कोई भी दर्शक लाइन ना क्रॉस करे। ड्रामा यहाँ पर तकरीबन 1 घंटा रहेगा ताकि आप पिक्चर ले सकें। उसके बाद जैसे ही